ਗੁੱਡ ਮਾਰਨਿੰਗ ਟੂ ਆਲ ਆਫ ਯੂ। ਅੱਜ ਦੀ ਵੀਡੀਓ ਦੇ ਵਿੱਚ ਅਸੀਂ ਜੇਨ ਆਸਟਨ ਦਾ ਨਾਵਲ ਹੈ ਪ੍ਰਾਈਡ ਐਂਡ ਪ੍ਰੈਜੂਡਾਈਸ ਬਾਰੇ ਡਿਸਕਸ ਕਰਾਂਗੇ। ਇਸ ਨਾਵਲ ਨੂੰ ਉਹਨੇ 1813 ਦੇ ਵਿੱਚ ਪਬਲਿਸ਼ ਕੀਤਾ ਗਿਆ ਸੀ। ਜੇਨ ਆਸਟਨ ਹੈ ਜਿਹੜੀ ਸਾਡੀ ਇੱਕ ਰੋਮਾਂਟਿਕ ਪੀਰੀਅਡ ਦੀ ਨਾਵਲਿਸਟ ਹੈ। ਇਸ ਦਾ ਸਬ ਟਾਈਟਲ ਹੈਗਾ ਸਾਡੇ ਕੋਲ ਫਸਟ ਇੰਪ੍ਰੈਸ਼ਨ। ਅਗਰ ਇਸ ਨਾਵਲ ਦੀ ਗੱਲ ਕਰੀਏ, ਇਹ ਰਿਚਰਡਸਨ ਦੀ ਇੱਕ ਪਮੇਲਾ ਨਾਵਲ ਸੀ, ਉਸ ਤੋਂ ਇਨਫਲੂਐਂਸਡ ਹੋਇਆ ਸੀਗਾ। ਉਸ ਤੋਂ ਇਨਫਲੂਐਂਸ ਹੋ ਕੇ ਜੇਨ ਆਸਟਨ ਨੇ ਇਸ ਨਾਵਲ ਨੂੰ ਲਿਖਿਆ ਸੀ। ਇਸ ਦਾ ਦੇ ਥੀਮ ਦੀ ਗੱਲ ਕਰੀਏ, ਅਸੀਂ ਥੀਮ ਜਿਹੜਾ ਹੈਗਾ ਇਹਦੇ ਵਿੱਚ ਮੈਰਿਜ ਦਾ ਰੱਖਿਆ ਗਿਆ। ਇਹ ਡੀਲ ਕਰਦਾ ਕਿ ਮੈਰਿਜ ਦੇ ਥੀਮ ਨੂੰ। ਉਸ ਤੋਂ ਬਾਅਦ ਜੇਨ ਆਸਟਨ ਨੇ ਇਸ ਸਟੋਰੀ ਦੇ ਵਿੱਚ, ਇਸ ਨਾਵਲ ਦੇ ਵਿੱਚ ਇੱਕ ਮਿਡਲ ਕਲਾਸ ਫੈਮਿਲੀ ਨੂੰ ਜਿਹੜਾ ਹੈਗਾ ਟਾਰਗੇਟ ਕੀਤਾ ਹੈ। ਉਸ ਦੇ ਉੱਤੇ ਸਾਰਾ ਫੋਕਸ ਇਸ ਨੇ ਰੱਖਿਆ ਹੈ। ਹੁਣ ਅਸੀਂ ਪ੍ਰਾਈਡ ਐਂਡ ਪ੍ਰੈਜੂਡਾਈਸ ਦਾ ਮੀਨਿੰਗ ਪਹਿਲਾਂ ਕਰ ਲਈਏ, ਉਸ ਤੋਂ ਬਾਅਦ ਹੀ ਸਾਨੂੰ ਜਿਹੜੀ ਸਟੋਰੀ ਆ ਉਹ ਕਲੀਅਰ ਪਤਾ ਚੱਲੇਗੀ। ਹੁਣ ਪ੍ਰਾਈਡ ਐਂਡ ਪ੍ਰੈਜੂਡਾਈਸ ਦੇ ਵਿੱਚ ਪ੍ਰਾਈਡ ਦਾ ਮੀਨਿੰਗ ਹੁੰਦਾ ਕਿ ਘਮੰਡ ਹੋ ਜਾਣਾ, ਪ੍ਰੈਜੂਡਾਈਸ ਦਾ ਮੀਨਿੰਗ ਹੁੰਦਾ ਕਿ ਮਤਭੇਦ ਰੱਖਣਾ। ਪ੍ਰਾਈਡ ਨੂੰ ਰਿਪਰਜੈਂਟ ਕਰਦਾ ਇਸ ਦੇ ਵਿੱਚ ਇੱਕ ਕਰੈਕਟਰ ਹੈਗਾ ਡਰਸੀ ਨਾਮ ਦਾ ਕਰੈਕਟਰ, ਜਿਹਦਾ ਫੁੱਲ ਨੇਮ ਹੈਗਾ ਫਿਟਜ਼ਵਿਲੀਅਮ ਡਰਸੀ। ਉਸ ਤੋਂ ਬਾਅਦ ਪ੍ਰੈਜੂਡਾਈਸ ਨੂੰ ਰਿਪਰਜੈਂਟ ਕਰਦੀ ਹੈ ਐਲਿਜ਼ਾਬੈਥ ਬੈਨੇਟ, ਜਿਹੜੀ ਕਿ ਬੈਨੇਟ ਫੈਮਿਲੀ ਨੂੰ ਬਿਲੋਂਗ ਕਰਦੀ ਹੈ। ਚਲੋ ਹੁਣ ਅਸੀਂ ਇਹਦੇ ਕਰੈਕਟਰਸ ਬਾਰੇ ਦੇਖ ਲੈਂਦੇ ਹਾਂ। ਸਭ ਤੋਂ ਪਹਿਲਾਂ ਇਸ ਦੇ ਵਿੱਚ ਜਿਹੜੇ ਕਰੈਕਟਰਸ ਨੇਗੇ ਕਾਫੀ ਸਾਰੇ ਨੇ, ਪਰ ਜਿਨ੍ਹਾਂ ਨੂੰ ਮੈਂ ਤੁਹਾਨੂੰ ਦੱਸਦਾ ਰਹੂੰਗਾ, ਤੁਸੀਂ ਉਹਨਾਂ ਨੂੰ ਹੀ ਧਿਆਨ ਦੇ ਵਿੱਚ ਜ਼ਿਆਦਾ ਰੱਖਣਾ ਹੈ। ਸਭ ਤੋਂ ਪਹਿਲਾਂ ਮੇਨ ਕਰੈਕਟਰ ਹੀਰੋ ਆ ਜਿਹੜਾ ਸਟੋਰੀ ਦਾ, ਨਾਵਲ ਦਾ, ਉਹ ਫਿਟਜ਼ਵਿਲੀਅਮ ਡਰਸੀ ਹੈ। ਉਸ ਤੋਂ ਬਾਅਦ ਐਲਿਜ਼ਾਬੈਥ ਬੈਨੇਟ ਆ ਜਾਂਦੀ ਹੈ ਹੀਰੋਇਨ। ਅੱਗੇ ਚਾਰਲਸ ਬਿੰਗਲੇ ਜਿਹੜਾ ਡਰਸੀ ਦਾ ਫਰੈਂਡ ਹੁੰਦਾ, ਇੱਕ ਵੈਲਦੀ ਪਰਸਨ ਹੁੰਦਾ, 22 ਈਅਰਸ ਓਲਡ ਹੁੰਦਾ ਇਹ। ਅੱਗੇ ਕੈਥਰੀਨ ਦੀ ਵੋਰਗ ਹੁੰਦੀ ਹੈ ਲੇਡੀ, ਜਿਹੜੀ ਕਿ ਲੰਦਨ ਦੇ ਵਿੱਚ ਰਹਿੰਦੀ ਹੈ, ਜਿਹੜੀ ਕਿ ਬੌਸ ਹੁੰਦੀ ਹੈ ਕੋਲਿਨਸ ਦੀ। ਨੈਕਸਟ ਜੇਨ ਬੈਨੇਟ, ਜਿਹੜੀ ਕਿ ਐਲਿਜ਼ਾਬੈਥ ਬੈਨੇਟ ਦੀ ਸਿਸਟਰ ਹੁੰਦੀ ਆ। ਵਿਲੀਅਮ ਕੋਲਿਨਸ, ਜਿਹੜਾ ਕਿ ਕਜ਼ਨ ਹੁੰਦਾ ਮਿਸਟਰ ਬੈਨੇਟ ਦਾ। ਮਿਸਿਸ ਬੈਨੇਟ ਐਂਡ ਮਿਸਟਰ ਬੈਨੇਟ ਹਸਬੈਂਡ ਵਾਈਫ ਨੇ ਇਹ ਦੋਨੋਂ। ਇਹਨਾਂ ਦੇ ਅੱਗੇ ਡਾਟਰਸ ਨੇ 5, ਜਿਨ੍ਹਾਂ ਦੇ ਵਿੱਚੋਂ ਅਸੀਂ ਐਲਿਜ਼ਾਬੈਥ, ਜੇਨ, ਲੀਡੀਆ ਬੈਨੇਟ ਹੋ ਗਈ, ਮੈਰੀ, ਕੈਥਰੀਨ, ਇਹ ਸਾਰੀਆਂ ਡਾਟਰਸ ਨੇ। ਉਸ ਤੋਂ ਬਾਅਦ ਜਾਰਜ ਵਿਖਿਮ ਦੀ ਗੱਲ ਕਰੀਏ, ਜਾਰਜ ਵਿਖਿਮ ਇਸ ਦੇ ਵਿੱਚ ਇੱਕ ਇੰਪੋਰਟੈਂਟ ਕਰੈਕਟਰ ਹੈ। ਨੈਕਸਟ ਲੀਡੀਆ ਬੈਨੇਟ ਸਭ ਤੋਂ ਛੋਟੀ ਡਾਟਰ ਹੁੰਦੀ ਆ ਮਿਸਟਰ ਬੈਨੇਟ ਦੀ। ਕੈਰੋਲਿਨ ਬਿੰਗਲੇ ਸਿਸਟਰ ਹੁੰਦੀ ਆ ਚਾਰਲਸ ਬਿੰਗਲੇ ਦੀ। ਉਸ ਤੋਂ ਬਾਅਦ ਚਾਰਲੋਟ ਲੋਕਾਰਟ ਜਿਹੜੀ ਹੈ, ਇਹ ਫਰੈਂਡ ਹੁੰਦੀ ਆ ਐਲਿਜ਼ਾਬੈਥ ਬੈਨੇਟ ਦੀ। ਨੈਕਸਟ ਸਾਡੇ ਕੋਲ ਅੱਗੇ ਕਰੈਕਟਰ ਮੈਰੀ ਬੈਨੇਟ, ਜਾਰਜੀਆਨਾ ਡਰਸੀ, ਫਿਟਜ਼ਵਿਲੀਅਮ ਡਰਸੀ ਦੀ ਸਿਸਟਰ ਹੈ ਇਹ, 15 ਈਅਰ ਓਲਡ। ਅੱਗੇ ਕਿਟੀ ਬੈਨੇਟ, ਕਿਟੀ ਕੈਥਰੀਨ ਬੈਨੇਟ ਜਿਹੜੀ ਹੈ ਕਿ ਉਹ ਐਲਿਜ਼ਾਬੈਥ ਬੈਨੇਟ ਦੀ ਸਿਸਟਰ ਹੁੰਦੀ ਹੈ ਇਸ ਦੇ ਵਿੱਚ। ਨੈਕਸਟ ਸਾਡੇ ਕੋਲ ਮਿਸਟਰ ਗਾਰਡੀਨਰ ਐਂਡ ਮਿਸਿਸ ਗਾਰਡੀਨਰ, ਇਹ ਆਂਟ ਤੇ ਅੰਕਲ ਹੁੰਦੇ ਨੇ ਐਲਿਜ਼ਾਬੈਥ ਬੈਨੇਟ ਦੇ। ਚਲੋ ਇਹ ਸੀਗੇ ਸਾਡੇ ਕੋਲ ਮੇਨ ਇਹਦੇ ਕਰੈਕਟਰਸ, ਜਿਨ੍ਹਾਂ ਦੇ ਉੱਪਰ ਸਾਰੀ ਸਟੋਰੀ ਘੁੰਮਦੀ ਹੈ। ਹੁਣ ਅਸੀਂ ਅੱਗੇ ਸਟੋਰੀ ਵੱਲ ਵੱਧਦੇ ਹਾਂ। ਇਹ ਜਿਹੜੀ ਪ੍ਰਾਈਡ ਐਂਡ ਪ੍ਰੈਜੂਡਾਈਸ ਨਾਵਲ ਹੈ, ਇਹ ਸਾਡਾ ਲੌਂਗਬਰਨ ਵਿਲੇਜ ਤੋਂ ਸਟਾਰਟ ਹੁੰਦਾ ਹੈ। ਹੁਣ ਲੌਂਗਬਰਨ ਵਿਲੇਜ ਦੇ ਵਿੱਚ ਇੱਕ ਬੈਨੇਟ ਨਾਂ ਦੀ ਫੈਮਿਲੀ ਰਹਿੰਦੀ ਹੁੰਦੀ ਹੈ। ਉਹ ਬੈਨੇਟ ਨਾਂ ਦੀ ਫੈਮਿਲੀ ਦੇ ਵਿੱਚ ਇੱਕ ਤਾਂ ਮਿਸਟਰ ਬੈਨੇਟ ਹੁੰਦਾ, ਮਿਸਿਸ ਬੈਨੇਟ ਹੁੰਦੀ ਹੈ, ਨਾਲ ਅੱਗੇ ਉਹਦੀਆਂ 5 ਡਾਟਰਸ ਹੁੰਦੀਆਂ ਨੇ, ਜਿਨ੍ਹਾਂ ਦੇ ਵਿੱਚੋਂ ਸਭ ਤੋਂ ਵੱਡੀ ਜੇਨ ਬੈਨੇਟ ਹੁੰਦੀ ਹੈ। ਉਸ ਤੋਂ ਬਾਅਦ ਐਲਿਜ਼ਾਬੈਥ ਬੈਨੇਟ ਆ ਜਾਂਦੀ ਹੈ। ਫਿਰ ਸਾਡੇ ਕੋਲ ਮੈਰੀ, ਫਿਰ ਕਿਟੀ, ਐਂਡ ਸਭ ਤੋਂ ਛੋਟੀ ਜਿਹੜੀ ਹੈਗੀ ਆ ਉਹ ਲੀਡੀਆ ਬੈਨੇਟ ਹੁੰਦੀ ਹੈ। ਹੁਣ ਇਸ ਫੈਮਿਲੀ ਦੇ ਵਿੱਚ ਜਿਹੜੀ ਮਿਸਿਸ ਬੈਨੇਟ ਹੈ, ਉਸ ਨੂੰ ਹੁਣ ਇੱਕ ਫਿਕਰ ਜਿਹਾ ਰਹਿੰਦਾ ਹਰ ਟਾਈਮ ਕਿ ਉਹਨਾਂ ਦੀ ਜਿਹੜੀਆਂ ਡਾਟਰਸ ਨੇ, ਉਹ ਉਹਨਾਂ ਦੀ ਮੈਰਿਜ ਕਿਸੇ ਨਾ ਕਿਸੇ ਤਰੀਕੇ ਨਾਲ ਹੋ ਜਾਵੇ। ਉਹਨਾਂ ਦੀ ਮੈਰਿਜ ਦੇ ਲਈ ਨਵੇਂ ਮੁੰਡੇ ਜਿਹੜੇ ਨੇ ਉਹ ਲੱਭਦੀਆਂ ਰਹਿੰਦੀਆਂ ਨੇ, ਤਾਂ ਉਹ ਬੜੀ ਚਿੰਤਤ ਹੁੰਦੀ ਹੈ ਇਸ ਗੱਲ ਨੂੰ ਲੈ ਕੇ। ਦੂਸਰੀ ਸਾਈਡ 'ਤੇ ਜਿਹੜਾ ਮਿਸਟਰ ਬੈਨੇਟ ਹੁੰਦਾ, ਉਹ ਵੀ ਇੱਕ ਇੰਟੈਲੀਜੈਂਟ ਪਰਸਨ ਹੁੰਦਾ। ਉਹ ਜਿਹੜਾ ਹੈ ਇੱਕ ਚਲਾਕੀ ਜਾਂ ਮਜ਼ਾਕੀਆ ਜਿਹਾ ਪਰਸਨ ਹੁੰਦਾ। ਨੈਕਸਟ ਅਸੀਂ ਗੱਲ ਕਰ ਲੈਂਦੇ ਹਾਂ, ਉੱਥੇ ਹੀ ਨਾ ਇੱਕ ਵਾਰ ਕੀ ਹੁੰਦਾ, ਉਹਨਾਂ ਕੋਲ 3 ਮਾਈਲਸ ਦੀ ਦੂਰੀ ਦੇ ਉੱਪਰ ਇੱਕ ਨੈਦਰਫੀਲਡ ਨਾਂ ਦਾ ਪਾਰਕ ਨਾਂ ਦੀ ਇੱਕ ਥਾਂ ਹੁੰਦੀ ਹੈ। ਉਹਨਾਂ ਨੂੰ ਇੱਕ ਦਿਨ ਪਤਾ ਚੱਲਦਾ ਕਿ ਜਿਹੜੀ ਇਹ ਥਾਂ ਹੈ, ਇਸ ਦੇ ਵਿੱਚ ਇੱਕ ਬਿੰਗਲੇ ਨਾਂ ਦੀ ਫੈਮਿਲੀ ਹੈ ਜਿਹੜੀ ਉਹ ਆਈ ਹੈ। ਬਿੰਗਲੇ ਦੇ ਵਿੱਚ ਹੁਣ ਉਹ ਫੈਮਿਲੀ ਜਿਹੜੀ ਹੈ ਉਹ ਵੈਲਦੀ ਫੈਮਿਲੀ ਹੈ, ਉਹ ਰਿਚ ਫੈਮਿਲੀ ਹੈ। ਉਸ ਦੇ ਵਿੱਚ ਜਿਹੜੇ ਨੇ ਇੱਕ ਤਾਂ ਚਾਰਲਸ ਬਿੰਗਲੇ, ਉਹਦਾ ਜਿਹੜਾ ਫੈਮਿਲੀ ਦਾ ਹੈੱਡ ਹੁੰਦਾ ਹੈ, ਉਹਨਾਂ ਦਾ ਬ੍ਰਦਰ। ਕੈਰੋਲਿਨ ਬਿੰਗਲੇ ਉਹਦੀ ਸਿਸਟਰ ਹੁੰਦੀ ਹੈ। ਅੱਗੇ ਮਿਸਟਰ ਹਰਸਟ ਜਿਹੜੇ ਨੇ, ਉਹ ਬਿੰਗਲੇ ਦੀ ਸਿਸਟਰ ਅਤੇ ਉਸਦਾ ਇੱਕ ਹਸਬੈਂਡ ਹੁੰਦਾ। ਇੱਕ ਮਿਸਟਰ ਡਰਸੀ ਹੁੰਦਾ ਜਿਹੜਾ ਕਿ ਉਹਦਾ ਬਿੰਗਲੇ ਦਾ ਫਰੈਂਡ ਹੁੰਦਾ। ਇਹ ਜਿਹੜੇ ਨੇ 4-5 ਜਣੇ ਨੇ, ਇਹ ਨੈਦਰਫੀਲਡ ਪਾਰਕ ਦੇ ਵਿੱਚ ਆਉਂਦੇ ਨੇ। ਜਦੋਂ ਇਸ ਗੱਲ ਬਾਰੇ
ਬੈਨਟ ਫੈਮਿਲੀ ਨੂੰ ਪਤਾ ਚੱਲਦਾ ਹੈ ਤਾਂ ਮਿਸਿਸ ਬੈਨਟ ਆ ਜਿਹੜੀ ਉਹ ਬੜੀ ਇੱਕ ਪ੍ਰਭਾਵਿਤ ਹੋ ਜਾਂਦੀ ਹੈ ਇਸ ਚੀਜ਼ ਨੂੰ ਲੈ ਕੇ। ਉਹ ਮਿਸਟਰ ਬੈਨਟ ਨੂੰ ਵਾਰ-ਵਾਰ ਕਹਿੰਦੀ ਹੈ ਕਿ ਤੂੰ ਜਾ ਕੇ ਆ, ਤੂੰ ਦੇਖ ਉਹਨਾਂ ਦੇ ਵਿੱਚ ਉਹਦਾ ਪਤਾ ਕਰ, ਜਿਹੜਾ ਕਿ ਬਿੰਗਲੇ ਹੈ, ਚਾਰਲਸ ਬਿੰਗਲੇ, ਉਹ ਕਿੱਦਾਂ ਦਾ ਪਰਸਨ ਹੈ ਤਾਂ ਕੁਆਰਾ ਹੀ ਆ, ਉਹ ਅਨਮੈਰਿਡ ਹੈ। ਇਸ ਕਰਕੇ ਸਾਡੀ ਡਾਟਰਸ ਦੇ ਵਿੱਚੋਂ ਕੋਈ ਨਾ ਕੋਈ ਜੇ ਉਹਦੇ ਨਾਲ ਅਸੀਂ ਮੈਰਿਜ ਕਰਦੀ ਹੈ ਤਾਂ ਸਾਡੇ ਲਈ ਇਸ ਤੋਂ ਕੋਈ ਚੰਗੀ ਗੱਲ ਹੋਰ ਹੋ ਹੀ ਨਹੀਂ ਸਕਦੀ। ਤਾਂ ਇੱਦਾਂ ਉਹਨਾਂ ਦੀ ਫੈਮਿਲੀ ਦੇ ਵਿੱਚ ਡਿਸਕਸ਼ਨ ਚੱਲਦੀ ਰਹਿੰਦੀ ਹੈ। ਉਸ ਤੋਂ ਬਾਅਦ ਉਹਨਾਂ ਨੂੰ ਇੱਕ ਇਨਵੀਟੇਸ਼ਨ ਆਉਂਦਾ ਵਾਲ ਦੇ ਵਿੱਚੋਂ, ਵਾਲ ਡਾਂਸ ਕਰਵਾਇਆ ਜਾਂਦਾ ਬਿੰਗਲੇ ਫੈਮਿਲੀ ਵੱਲੋਂ। ਜਦੋਂ ਇਸ ਵਾਲ ਡਾਂਸ ਦੇ ਵਿੱਚ ਸਾਰਿਆਂ ਨੂੰ ਇਨਵਾਈਟ ਕੀਤਾ ਜਾਂਦਾ ਤਾਂ ਉੱਥੇ ਹੁਣ ਉਹ ਜਿਹੜਾ ਚਾਰਲਸ ਬਿੰਗਲੇ ਆ ਉਹ ਜੇਨ ਦੇ ਨਾਲ ਡਾਂਸ ਕਰਦਾ। ਦੂਸਰੀ ਸਾਈਡ ਦੇ ਉੱਪਰ ਜਿਹੜੇ ਡਰਸੀ ਹੈ ਅਤੇ ਐਲਿਜ਼ਾਬੈਥ ਹੈ, ਇਹਨਾਂ ਦੇ ਵਿੱਚ ਮਤਭੇਦ ਇੱਥੋਂ ਪੈਣੇ ਸ਼ੁਰੂ ਹੋ ਜਾਂਦੇ ਨੇ। ਹੁਣ ਇਸ ਇੱਕ ਡਾਂਸ ਦੇ ਵਿੱਚ, ਇਸ ਪਾਰਟੀ ਦੇ ਵਿੱਚ ਜਦੋਂ ਜਿਹੜਾ ਬਿੰਗਲੇ ਆ ਉਹ ਡਾਂਸ ਕਰ ਰਿਹਾ ਹੁੰਦਾ ਜੈਨ ਦੇ ਨਾਲ, ਉਸ ਤੋਂ ਬਾਅਦ ਉਹ ਡਰਸੀ ਕੋਲ ਆਉਂਦਾ, ਡਰਸੀ ਨੂੰ ਆ ਕੇ ਕਹਿੰਦਾ ਕਿ ਯਾਰ ਤੂੰ ਵੀ ਡਾਂਸ ਕਰ ਲੈ, ਹੈ ਨਾ, ਕਿ ਐਲਿਜ਼ਾਬੈਥ ਖੜੀ ਹੈ ਸਾਹਮਣੇ। ਹੁਣ ਜਦੋਂ ਐਲਿਜ਼ਾਬੈਥ ਬਾਰੇ ਉਹ ਸੁਣਦਾ, ਡਰਸੀ ਉਹਨੂੰ ਦੇਖਦਾ ਏ ਤਾਂ ਉਹਦੇ ਅੰਦਰ ਇੱਕ ਘਮੰਡ ਜਿਹਾ, ਇੱਕ ਪ੍ਰਾਈਡ ਜਿਹਾ ਆ ਜਾਂਦਾ। ਉਹ ਕਹਿੰਦਾ ਯਾਰ ਨਹੀਂ, ਮੇਰੇ ਇੱਕ ਲੈਵਲ ਦੀ ਇਹ ਲੜਕੀ ਨਹੀਂ ਹੈ, ਮੈਂ ਇਹਦੇ ਨਾਲ ਡਾਂਸ ਨਹੀਂ ਕਰੂੰਗਾ। ਹੁਣ ਇਹ ਸਾਰੀ ਸੇਮ ਜਿਹੜੀ ਉਹਨਾਂ ਦੀ ਕਨਵਰਸੇਸ਼ਨ ਹੁੰਦੀ ਹੈ, ਇਹ ਸਾਰੀ ਦੀ ਸਾਰੀ ਐਲਿਜ਼ਾਬੈਥ ਜੈਨ ਸੁਣ ਲੈਂਦੀ ਹੈ, ਐਲਿਜ਼ਾਬੈਥ ਬੈਨਟ ਸੁਣ ਲੈਂਦੀ ਹੈ। ਜਦੋਂ ਇਹ ਸਾਰੀ ਉਹਨਾਂ ਦੀ ਕਨਵਰਸੇਸ਼ਨ ਸੁਣਦੀ ਆ ਤਾਂ ਉਹਦੇ ਅੰਦਰ ਨਾ ਇੱਕ ਪ੍ਰੈਜੂਡਾਈਜ਼ ਜਿਹਾ ਭਰ ਜਾਂਦਾ ਹੈ, ਮਤਲਬ ਇੱਕ ਮਤਭੇਦ ਜੇ ਪੈ ਜਾਂਦੇ ਨੇ ਡਰਸੀ ਨੂੰ ਲੈ ਕੇ ਕਿ ਡਰਸੀ ਜਿਹੜਾ ਇਹ ਚੰਗਾ ਆਦਮੀ ਨਹੀਂ ਹੈਗਾ, ਹੈ ਨਾ, ਇਹਨੂੰ ਇੱਕ ਘਮੰਡ ਜਾ ਆਪਣੇ ਆਪ ਦੇ ਉੱਪਰ ਇੱਦਾਂ ਦਾ ਹੈ। ਤਾਂ ਉਹ ਜਦੋਂ ਹੁਣ ਇਹ ਪਾਰਟੀ ਖਤਮ ਹੁੰਦੀ ਹੈ, ਘਰ ਜਾਂਦੇ ਨੇ ਵਾਪਸ। ਘਰ ਦੇ ਵਿੱਚ ਜਾ ਕੇ ਉਹ ਸਾਰੀ ਜਿਹੜੀ ਸਟੋਰੀ ਹੈਗੀ, ਉਹ ਚਾਰਲੋਟ ਲੋਕਾਸ ਜਿਹੜੀ ਹੈ ਐਲਿਜ਼ਾਬੈਥ ਦੀ ਫਰੈਂਡ ਹੁੰਦੀ ਹੈ, ਉਹਨੂੰ ਸਾਰੀ ਸਟੋਰੀ ਦੱਸਦੀ ਹੈ ਕਿ ਅੱਜ ਅਸੀਂ ਪਾਰਟੀ 'ਤੇ ਗਏ ਸੀ, ਪਾਰਟੀ ਦੇ ਵਿੱਚ ਇੱਦਾਂ ਇੱਦਾਂ ਹੋਇਆ। ਉੱਥੇ ਜਿਹੜਾ ਬਿੰਗਲੇ ਆ ਉਹ ਤਾਂ ਜੇਨ ਦੇ ਨਾਲ ਜੇਨ ਵੱਲ ਅਟਰੈਕਟਿਵ ਹੋ ਗਿਆ ਅਤੇ ਉਹ ਦੋਨੋਂ ਜਿਹੜੇ ਡਾਂਸ ਕੀਤਾ ਉਹਨਾਂ ਨੇ, ਉਹ ਇੱਕ ਦੂਜੇ ਦੇ ਕਲੋਜ਼ ਹੋ ਗਏ। ਬਟ ਦੂਸਰੀ ਸਾਈਡ ਦੇ ਉੱਤੇ ਜਿਹੜਾ ਉੱਥੇ ਇੱਕ ਡਰਸੀ ਨਾਂ ਦਾ ਵੀ ਪਰਸਨ ਹੈ ਜਿਹੜਾ ਕਿ ਚੰਗਾ ਨਹੀਂ ਹੈ, ਉਹ ਇੱਦਾਂ ਦਾ ਹੈ ਨਾ। ਇੱਦਾਂ ਦੀ ਜਿਹੜੀ ਉਹ ਸਾਰੀ ਕਨਵਰਸੇਸ਼ਨ ਜਿਹੜੀ ਉੱਥੋਂ ਦਾ ਸੀਨ ਹੁੰਦਾ ਉਹ ਸਾਰਾ ਹੀ ਲੋਕਾਸ ਨੂੰ ਦੱਸਦੀ ਹੈ। ਉਸ ਤੋਂ ਬਾਅਦ ਅਗਲੇ ਦਿਨ ਉਹਨਾਂ ਕੋਲ ਇੱਕ ਲੈਟਰ ਆਉਂਦਾ ਹੈ, ਲੈਟਰ ਫਰੋਮ ਕੈਰੋਲਿਨ ਬਿੰਗਲੇ। ਹੁਣ ਕੈਰੋਲਿਨ ਬਿੰਗਲੇ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਕਿ ਇਹ ਮਿਸਟਰ ਬਿੰਗਲੇ ਦੀ ਸਿਸਟਰ ਹੁੰਦੀ ਹੈ। ਉਹ ਇੱਕ ਲੈਟਰ ਭੇਜਦੀ ਆ ਜਿਹਦੇ ਵਿੱਚ ਇਨਵੀਟੇਸ਼ਨ ਦਿੰਦੀ ਆ ਉਹ ਜੈਨ ਨੂੰ, ਕਿ ਜੈਨ ਨੂੰ ਬੁਲਾਉਂਦੇ ਨੇ ਨੈਦਰਫੀਲਡ ਪਾਰਕ ਦੇ ਵਿੱਚ। ਹੁਣ ਜਦੋਂ ਇਹ ਲੈਟਰ ਜਿਹੜਾ ਬੈਨਟ ਫੈਮਿਲੀ ਦੇ ਵਿੱਚ ਪੜ੍ਹਿਆ ਜਾਂਦਾ ਤਾਂ ਸਾਰੇ ਬਹੁਤ ਖੁਸ਼ ਹੋ ਜਾਂਦੇ ਨੇ ਕਿ ਯਾਰ ਹੁਣ ਸਾਡਾ ਜਿਹੜਾ ਰਿਲੇਸ਼ਨ ਹੈ ਉਹ ਇੱਕ ਕਲੋਜ਼ ਹੁੰਦੇ ਚਲੇ ਜਾਂਦੇ ਨੇ ਬਿੰਗਲੇ ਫੈਮਿਲੀ ਦੇ ਨਾਲ। ਤਾਂ ਇੱਥੋਂ ਜਿਹੜੀ ਜੈਨ ਆ ਉਹ ਖੁਸ਼ੀ ਜਿਹੜੀ ਹੈ ਉਹ ਉੱਥੇ ਜਾਂਦੀ ਹੈ। ਹੁਣ ਉੱਥੇ ਜਿਹੜਾ ਉਸ ਟਾਈਮ ਦਾ ਵੈਦਰ ਹੁੰਦਾ ਉਹ ਬੜਾ ਸਟੋਮੀ ਜਿਹਾ ਹੁੰਦਾ। ਜਦੋਂ ਰਸਤੇ ਦੇ ਵਿੱਚ ਬਾਰਿਸ਼ ਹੋਣ ਲੱਗ ਜਾਂਦੀ ਹੈ ਉੱਦਾਂ ਹੀ ਚੱਲ ਜਾਂਦੀ ਹੈ। ਜਦੋਂ ਉੱਥੇ ਪਹੁੰਚਦੀ ਹੈ ਤਾਂ ਉਹ ਬਿਮਾਰ ਪੈ ਜਾਂਦੀ ਹੈ। ਦੂਸਰੇ ਦਿਨ ਜਦੋਂ ਮਾਰਨਿੰਗ ਟਾਈਮ ਦੇ ਉੱਪਰ ਬੈਨਟ ਫੈਮਿਲੀ ਦੇ ਵਿੱਚ ਇਹ ਮਿਸਟਰ ਬੈਨਟ, ਉਹਦੀ ਵਾਈਫ ਹੋ ਗਈ ਅਤੇ ਉਹਦੀਆਂ ਡਾਟਰਸ ਨੇ, ਇਹ ਜਿਹੜਾ ਹੈਗਾ ਬ੍ਰੇਕਫਾਸਟ ਕਰ ਰਹੇ ਹੁੰਦੇ ਨੇ ਤਾਂ ਇਹਨਾਂ ਨੂੰ ਇੱਕ ਲੈਟਰ ਮਿਲਦਾ ਜੈਨ ਵੱਲੋਂ। ਉਹ ਜਦੋਂ ਲੈਟਰ ਨੂੰ ਪੜ੍ਹਦੀ ਹੈ ਐਲਿਜ਼ਾਬੈਥ ਤਾਂ ਉਹ ਬੜਾ ਟੈਨਸ਼ਨ ਦੇ ਵਿੱਚ ਹੋ ਜਾਂਦੀ ਹੈ ਕਿ ਜਿਸ ਦੇ ਵਿੱਚ ਲਿਖਿਆ ਜਾਂਦਾ ਕਿ ਜੈਨ ਹੈ ਜਿਹੜੀ ਉਹਦੀ ਤਬੀਅਤ ਠੀਕ ਨਹੀਂ ਹੈ, ਇਸ ਕਰਕੇ ਉਹ ਅੱਜ ਨਹੀਂ ਆ ਸਕਦੀ। ਹੁਣ ਇਹ ਸਾਰੀ ਗੱਲ ਸੁਣਦੇ ਹੀ ਜਿਹੜੀ ਐਲਿਜ਼ਾਬੈਥ ਆ ਉਹ ਨੈਦਰਫੀਲਡ ਪਾਰਕ ਵੱਲ ਨੂੰ ਚੱਲਣਾ ਸ਼ੁਰੂ ਕਰ ਦਿੰਦੀ ਹੈ। ਉਦੋਂ ਜਿਹੜਾ ਹਾਰਸ ਹੈ ਉਹ ਤਾਂ ਆਪ ਹੀ ਖੁਦ ਲੈ ਕੇ ਗਈ ਹੁੰਦੀ ਹੈ ਜੈਨ, ਅਤੇ ਘਰ ਦੇ ਵਿੱਚ ਕੁਛ ਵੀ ਨਹੀਂ ਹੁੰਦਾ। ਅਤੇ ਫਿਰ ਐਲਿਜ਼ਾਬੈਥ ਹੈ ਜਿਹੜੀ ਉਹ ਪੈਦਲ ਹੀ ਚੱਲ ਪੈਂਦੀ ਆ, 3 ਮਾਈਲਸ ਤੱਕ ਉਹ ਪੈਦਲ ਹੀ ਜਾਂਦੀ ਹੈ। ਉਹ ਜਦੋਂ ਪਹੁੰਚਦੀ ਹੈ ਉਹਦੇ ਘਰ ਦੇ ਵਿੱਚ ਬਿੰਗਲੇ ਦੇ, ਤਾਂ ਉਸਦੇ ਜਿਹੜੇ ਕੱਪੜੇ ਨੇ ਉਹ ਬੜੇ ਗੰਦੇ ਹੋ ਜਾਂਦੇ ਨੇ ਚਿੱਕੜ ਦੇ ਨਾਲ ਰਸਤੇ ਦੇ ਵਿੱਚ, ਕਿਉਂਕਿ ਬਾਰਿਸ਼ ਹੋਈ ਸੀ ਅਤੇ ਠੀਕ ਨਹੀਂ ਸੀਗਾ ਰਸਤਾ। ਉਸ ਤੋਂ ਬਾਅਦ ਜਦੋਂ ਉੱਥੇ ਪਹੁੰਚਦੀ ਹੈ ਤਾਂ ਕੈਰੋਲੀਨ ਦੁਆਰਾ ਉਹਦਾ ਮਜ਼ਾਕ ਉਡਾਇਆ ਜਾਂਦਾ ਕਿ ਯਾਰ ਕਿੱਦਾਂ ਦੇ ਕੱਪੜੇ ਨੇ, ਤੂੰ ਕਿਵੇਂ ਬਣ ਕੇ ਸਾਡੇ ਘਰ ਆਈ ਹੈ। ਪਰ ਉਹਨੂੰ ਕੋਈ ਫਰਕ ਨਹੀਂ ਪੈਂਦਾ ਇਹਨਾਂ ਚੀਜ਼ਾਂ ਦਾ, ਕਿਉਂਕਿ ਉਹ ਤਾਂ ਜੈਨ ਦੇ ਕਰਕੇ ਗਈ ਸੀ ਉੱਥੇ, ਜੈਨ ਨੂੰ ਠੀਕ ਕਰਨ ਦੇ ਲਈ, ਕਿਉਂਕਿ ਉਹਦੀ ਉਹ ਸਿਸਟਰ ਸੀਗੀ। ਤਾਂ ਇੱਦਾਂ ਹੀ ਜਦੋਂ ਉੱਥੇ ਪਹੁੰਚਦੀ ਹੈ ਉਹਦੀ ਤਬੀਅਤ ਬਾਰੇ ਦੇਖਦੀ ਹੈ, ਫਿਰ ਉੱਥੇ ਡਾਕਟਰ ਬੁਲਾਇਆ ਜਾਂਦਾ। ਡਾਕਟਰ ਹੁਣ ਕਹਿੰਦਾ ਕਿ ਜਿਹੜੀ ਜੈਨ ਹੈ ਠੀਕ ਨਹੀਂ ਹੁੰਦੀ, ਹਲੇ ਠੀਕ ਨਹੀਂ ਹੈ, ਤਾਂ ਇਸ ਕਰਕੇ ਇਹਨੂੰ ਬਾਹਰ ਕੱਢਣਾ ਔਖਾ ਹੈ, ਇਹਨੂੰ ਤੁਸੀਂ ਬਾਹਰ ਨਹੀਂ ਲੈ ਜਾ ਸਕਦੇ। ਤਾਂ ਇਹਨਾਂ ਨੂੰ ਇੱਥੇ 1 ਹਫ਼ਤੇ ਦੇ ਲਈ ਰੁਕਣਾ ਪੈਂਦਾ। ਹੁਣ ਇਸ 1 ਹਫ਼ਤੇ ਦੇ ਵਿੱਚ ਇਸ ਨੂੰ ਉਹਨਾਂ ਦੇ ਸਾਰੇ ਕਰੈਕਟਰਸ ਬਾਰੇ ਪਤਾ ਚੱਲ ਜਾਂਦਾ ਐਲਿਜ਼ਾਬੈਥ ਨੂੰ। ਐਲਿਜ਼ਾਬੈਥ ਦੇਖਦੀ ਆ ਕਿ ਜਿਹੜਾ ਬਿੰਗਲੇ ਹੈ ਉਹ ਇੱਕ ਹੋਨੈਸਟ ਜਿਹਾ ਪਰਸਨ ਹੈ, ਉਹ ਚੰਗਾ ਪਰਸਨ ਹੈ, ਉਹ ਜੈਨ ਦਾ ਬੜਾ ਧਿਆਨ ਰੱਖਦਾ ਪਿਆ। ਦੂਸਰੀ ਸਾਈਡ ਦੇ ਉੱਪਰ ਉਹ ਡਰਸੀ ਨੂੰ ਦੇਖਦੀ ਆ, ਉਹਦੇ ਵਿੱਚ
ਅੱਜ ਵੀ ਉਹ ਉੱਦਾਂ ਦੇ ਪ੍ਰੈਜੂਡਾਈਜ਼ ਨੂੰ ਜਿਹੜਾ ਹੈਗਾ ਆਪਣੇ ਅੰਦਰੋਂ ਰਿਪਰਜੈਂਟ ਕਰਦੀ ਹੈ। ਉਹ ਅੱਜ ਵੀ ਦੇਖਦੀ ਹੈ ਕਿ ਜਿਹੜਾ ਡਰਸੀ ਹੈ ਉਹ ਇੱਕ ਪ੍ਰਾਈਡ ਨਾਲ ਭਰਿਆ ਹੋਇਆ, ਉਹ ਚੰਗਾ ਨਹੀਂ ਹੈ, ਉਹ ਇੱਦਾਂ ਦਾ ਹੈ, ਉੱਦਾਂ ਦਾ ਹੈ। ਪਰ ਕਿਤੇ ਨਾ ਕਿਤੇ ਡਰਸੀ ਜਿਹੜਾ ਹੈਗਾ ਉਹਦੇ ਵੱਲ ਅਟਰੈਕਟ ਹੋਣਾ ਸ਼ੁਰੂ ਹੋ ਜਾਂਦਾ, ਉਹਦੇ ਕਲੋਜ਼ ਜਾਣਾ ਸ਼ੁਰੂ ਹੋ ਜਾਂਦਾ ਹੁੰਦਾ ਇੱਥੇ। ਹੁਣ ਜਦੋਂ ਉਹ ਉਹਦੇ ਅਲਿਜ਼ਾਬੈਥ ਦੇ ਕਲੋਜ਼ ਜਾਂਦਾ ਏ, ਤਾਂ ਦੂਸਰੀ ਸਾਈਡ ਦੇ ਉੱਤੇ ਜਿਹੜੀ ਉਹਦੀ ਕੈਰੋਲਿਨ ਸਿਸਟਰ ਹੁੰਦੀ ਆ ਬਿੰਗਲੇ ਦੀ, ਇਹ ਵੀ ਜਿਹੜੀ ਹੈ ਡਰਸੀ ਨੂੰ ਲਾਈਕ ਕਰਦੀ ਹੈ। ਤਾਂ ਇਹ ਕਦੇ ਨਹੀਂ ਚਾਹੁੰਦੀ ਕਿ ਡਰਸੀ ਹੈ ਜਿਹੜਾ ਉਹ ਅਲਿਜ਼ਾਬੈਥ ਦੇ ਨਾਲ ਦੇ ਕਲੋਜ਼ ਹੋਵੇ। ਤਾਂ ਇੱਥੇ ਇੱਕ ਹਫ਼ਤਾ ਰਹਿੰਦੇ ਨੇ, ਉਸ ਤੋਂ ਬਾਅਦ ਇਹ ਵਾਪਸ ਘਰ ਦੇ ਵਿੱਚ ਚੱਲ ਜਾਂਦੀਆਂ ਨੇ ਦੋਨੋਂ ਖੁਸ਼ੀ ਖੁਸ਼ੀ। ਤਾਂ ਹੁਣ ਜਦੋਂ ਘਰ ਦੇ ਵਿੱਚ ਜਾਂਦੀਆਂ ਨੇ ਤਾਂ ਇਹਨਾਂ ਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਯਾਰ ਜਿਹੜਾ ਬਿੰਗਲੇ ਹੈ ਉਹ ਬੜਾ ਕਲੋਜ਼ ਹੋ ਗਿਆ ਇਹਦੇ ਜੈਨ ਦੇ, ਅਤੇ ਡਰਸੀ ਵੀ ਮੇਰੇ ਵੱਲ ਅਟਰੈਕਟਿਵ ਹੋ ਰਿਹਾ। ਤਾਂ ਇਹ ਗੱਲ ਜਦੋਂ ਘਰੇ ਪਤਾ ਚੱਲਦੀ ਹੈ ਉਹਨਾਂ ਦੇ ਮਿਸਿਸ ਬੈਨਟ ਨੂੰ, ਉਹ ਵੀ ਬੜਾ ਖੁਸ਼ ਹੁੰਦੀ ਆ ਕਿ ਚਲੋ ਸਾਡੇ ਇੱਕ ਡਾਟਰ ਦੀ ਤਾਂ ਜਿਹੜੀ ਹੈਗੀ ਆ ਉਹ ਮੈਰਿਜ ਹੋ ਜਾਣੀ ਆ ਬੜੀ ਜਲਦੀ ਹੀ। ਤਾਂ ਇੱਦਾਂ ਕਰਦੇ ਕਰਦੇ ਉਹਨਾਂ ਕੋਲ ਇੱਕ ਲੈਟਰ ਹੋਰ ਆਉਂਦਾ ਹੈ, ਉਹ ਜਿਸ ਲੈਟਰ ਦੇ ਵਿੱਚ ਜਿਹੜਾ ਲੈਟਰ ਆ ਉਹ ਕੋਲਿਨਜ਼ ਵੱਲੋਂ ਆਉਂਦਾ ਹੈ। ਹੁਣ ਕੋਲਿਨਜ਼ ਉਸ ਲੈਟਰ ਦੇ ਵਿੱਚ ਲਿਖਦਾ ਕਿ ਮੈਂ ਹੁਣ ਲੌਂਗਬਰਨ ਆ ਰਿਹਾ। ਉਹਦੇ ਵਿੱਚ ਲਿਖਿਆ ਹੁੰਦਾ ਕਿ ਕੋਲਿਨਜ਼ ਵਿਜ਼ਿਟ ਟੂ ਲੌਂਗਬਰਨ, ਕਿ ਹੁਣ ਉਹ ਲੌਂਗਬਰਨ ਜਿੱਥੇ ਬੈਨਟ ਫੈਮਿਲੀ ਰਹਿੰਦੀ ਹੈ। ਹੁਣ ਮਿਸਟਰ ਕੋਲਿਨਜ਼ ਕੌਣ ਹੁੰਦਾ, ਇਸ ਦੇ ਬਾਰੇ ਜਦੋਂ ਮਿਸਿਸ ਬੈਨਟ ਮਿਸਟਰ ਬੈਨਟ ਨੂੰ ਪੁੱਛਦੀ ਆ ਤਾਂ ਉਹ ਦੱਸਦਾ ਕਿ ਇਹ ਮੇਰਾ ਕਜ਼ਨ ਹੈ। ਇਹ ਉਹ ਪੁੱਛਦੇ ਕਿ ਕਿਉਂ ਆ ਰਿਹਾ ਇੱਥੇ ਇਹ, ਉਹ ਦੱਸਦਾ ਕਿ ਆਪਣੇ ਘਰ ਦੇ ਵਿੱਚ ਕੋਈ ਮੁੰਡਾ ਨਹੀਂ ਹੈ, ਅਤੇ ਇਸ ਕਰਕੇ ਜਿਹੜੀ ਆਪਣੀ ਪ੍ਰੋਪਰਟੀ ਹੈ ਉਹ ਸਾਰੀ ਹੀ ਇਸ ਨੂੰ ਅੱਗੇ ਟਰਾਂਸਫਰ ਹੋ ਜੂਗੀ, ਕਿਉਂਕਿ ਆਪਣੇ ਘਰ ਦੇ ਵਿੱਚ ਮੁੰਡਾ ਨਹੀਂ ਹੈ। ਤਾਂ ਇਹ ਜਿਹੜਾ ਇੱਕ ਰਿਵਾਜ਼ ਜਿਹਾ ਚੱਲਦਾ ਪਿਆ ਸੀ ਲੰਦਨ ਦੇ ਵਿੱਚ, ਜੀ ਕਿ ਅਗਰ ਤੁਹਾਡੇ ਘਰ ਦੇ ਵਿੱਚ ਇੱਕ ਬੱਚਾ ਨਹੀਂ ਹੈ, ਮੁੰਡਾ ਨਹੀਂ ਹੈ, ਤਾਂ ਤੁਹਾਡੀ ਜਿਹੜੀ ਪ੍ਰੋਪਰਟੀ ਹੈ ਉਹ ਟਰਾਂਸਫਰ ਕਿਸੇ ਹੋਰ ਕਜ਼ਨ ਨੂੰ ਹੀ ਹੋ ਜਾਏਗੀ, ਹੋਏਗੀ ਮੇਲ ਨੂੰ ਹੀ, ਫੀਮੇਲ ਨੂੰ ਕਦੇ ਨਹੀਂ ਹੋਏਗੀ। ਤਾਂ ਉਸ ਤੋਂ ਬਾਅਦ ਉਹ ਬੜਾ ਚਿੰਤਤ ਹੁੰਦੀ ਹੈ ਇਸ ਗੱਲ ਨੂੰ ਲੈ ਕੇ ਕਿ ਯਾਰ ਜੇ ਮੈਂ ਤੇਰੀ ਥਾਂ 'ਤੇ ਹੁੰਦੀ ਮੈਂ ਕਦੇ ਵੀ ਇੱਦਾਂ ਨਹੀਂ ਹੋਣ ਦੇਣਾ ਸੀ। ਹੁਣ ਜਦੋਂ ਕੋਲਿਨ ਇੱਥੇ ਆਉਂਦਾ, ਇੱਥੇ ਆ ਕੇ ਉਹ ਦੇਖਦਾ ਕਿ ਉਹਦੀਆਂ 5 ਡਾਟਰਸ ਹੁੰਦੀਆਂ ਨੇ, ਉਹਨਾਂ ਨੂੰ ਮਿਲਦਾ ਪਿਆ। ਉਸ ਤੋਂ ਬਾਅਦ ਉਹ ਨਾ ਇੱਥੇ ਹੁਣ 2 ਆਪਣੇ ਇੱਕ ਕੰਸੈਪਟ ਲੈ ਕੇ ਆਇਆ ਸੀ। ਪਹਿਲਾਂ ਤਾਂ ਮੈਰਿਜ ਦਾ ਕੰਸੈਪਟ ਸੀਗਾ, ਦੂਸਰਾ ਪ੍ਰੋਪਰਟੀ ਦਾ ਸੀ। ਹੁਣ ਮੈਰਿਜ ਦਾ ਕੰਸੈਪਟ ਇਹ ਸੀ ਕਿ ਉਹਦੇ 5 ਡਾਟਰਸ ਨੇਗੀਆਂ ਬੈਨਟ ਦੀਆਂ, ਉਹਨਾਂ ਦੇ ਵਿੱਚੋਂ ਮੈਂ ਕਿਸੇ ਇੱਕ ਡਾਟਰ ਨੂੰ ਪ੍ਰਪੋਜ਼ ਕਰੂੰਗਾ ਅਤੇ ਉਹਦੇ ਨਾਲ ਮੈਰਿਜ ਕਰ ਲੂੰਗਾ, ਮੇਰੀ ਮੈਰਿਜ ਲਾਈਫ ਵੀ ਸੈੱਟ ਹੋ ਜਾਣੀ ਹੈ, ਅਤੇ ਨਾਲ ਹੈਗਾ ਜਿਹੜਾ ਮੇਰੀ ਪ੍ਰੋਪਰਟੀ ਵੀ ਉੱਥੋਂ ਮੈਨੂੰ ਮਿਲ ਜਾਣੀ ਹੈ। ਇਸ 2 ਕੰਸੈਪਟ ਨੂੰ ਲੈ ਕੇ, ਆਈਡੀਆਜ਼ ਨੂੰ ਲੈ ਕੇ ਉਹ ਇੱਥੇ ਆਉਂਦਾ ਹੈ। ਹੁਣ ਜਦੋਂ ਇੱਥੇ ਆਉਂਦਾ ਤਾਂ ਉਹ ਆਪਣੇ ਬਾਰੇ ਦੱਸਦਾ ਉਹਨਾਂ ਨੂੰ ਕਿ ਮੈਂ ਪੈਰਿਸ ਸੈਕਟਰ ਲੱਗਿਆ ਹੋਇਆ ਲੰਦਨ ਦੇ ਵਿੱਚ, ਜਿੱਥੇ ਮੈਂ ਲੇਡੀ ਡੀ ਬੋਲਕ ਦੇ ਕੋਲ ਜਿਹੜੀ ਕੰਮ ਕਰਦਾ ਪਿਆ, ਮੇਰਾ ਸਟੈਂਡਰਡ ਹੈ ਕੋਈ, ਮੇਰਾ ਇਹ ਆ ਉਹ ਹੈ, ਇੱਦਾਂ ਦੀਆਂ ਗੱਲਾਂ ਕਰਦਾ ਰਹਿੰਦਾ ਉਹਨਾਂ ਕੋਲ। ਪਰ ਇੱਥੇ ਹੁਣ ਇੱਕ ਗੱਲ ਹੋਰ ਹੁੰਦੀ ਹੈ ਕਿ ਜਦੋਂ ਇਹਨੂੰ ਸਭ ਤੋਂ ਸੋਹਣੀ ਜਿਹੜੀ ਕੁੜੀ ਹੈ ਜੇਨ ਲੱਗਦੀ ਹੈ, ਜੇਨ ਨੂੰ ਇਹ ਪ੍ਰਪੋਜ਼ ਕਰਦਾ, ਤਾਂ ਜਿਹੜੀ ਮਿਸਿਸ ਬੈਨਟ ਆ ਉਹਦੀ ਮਦਰ ਹੁੰਦੀ ਹੈ ਜੇਨ ਦੀ, ਉਹ ਕਹਿੰਦੀ ਹੈ ਕਿ ਨਹੀਂ ਭਾਈ ਤੂੰ ਇਸ ਦੇ ਨਾਲ ਅਸੀਂ ਤੇਰੀ ਮੈਰਿਜ ਨਹੀਂ ਕਰਨੀ, ਇੱਥੇ ਤੇਰੀ ਦਾਲ ਨਹੀਂ ਗਲਣੀ, ਤੂੰ ਜਿਹੜਾ ਹੈ ਅਲਿਜ਼ਾਬੈਥ ਨੂੰ ਦੇਖ ਲਾ, ਕਿਉਂਕਿ ਇਸ ਦੀ ਆਲਰੇਡੀ ਪ੍ਰੈਕਟੀਕਲੀ ਜਿਹੜਾ ਇੱਕ ਰਿਲੇਸ਼ਨਸ਼ਿਪ ਦੇ ਵਿੱਚ ਹੈ, ਇਹਦੀ ਮੈਰਿਜ ਬੜੀ ਜਲਦੀ ਬਿੰਗਲੇ ਨਾਂ ਦੇ ਪਰਸਨ ਨਾਲ ਹੋ ਜਾਣੀ ਹੈ। ਹੁਣ ਜਦੋਂ ਹੀ ਉਹ ਅਲਿਜ਼ਾਬੈਥ ਵੱਲ ਜਾਂਦਾ ਹੈ ਤਾਂ ਅਲਿਜ਼ਾਬੈਥ ਉਹਨੂੰ ਕਹਿੰਦੀ ਯਾਰ ਮੈਂ ਤੇਰੇ ਨਾਲ ਮੈਰਿਜ ਨਹੀਂ ਕਰਨੀ, ਕਿ ਮੈਂ ਤੈਨੂੰ ਲਾਈਕ ਨਹੀਂ ਕਰਦੀ, ਤੂੰ ਚੰਗਾ ਨਹੀਂ ਹੈ, ਤੇਰੀ ਦੇਖਣੀ ਚੰਗੀ, ਤੂੰ ਦੇਸੀ ਜਿਹਾ ਬੰਦਾ ਹੈ ਨਾ। ਇਹ ਗੱਲ ਸਾਰੀ ਜਦੋਂ ਹੁਣ ਮਿਸਿਸ ਬੈਨਟ ਨੂੰ ਪਤਾ ਚੱਲਦੀ ਹੈ ਤਾਂ ਉਹ ਬੜਾ ਉਹਨੂੰ ਬੋਲਦੀ ਆ ਅਲਿਜ਼ਾਬੈਥ ਨੂੰ ਕਿ ਤੂੰ ਚੁੱਪ ਕਰਕੇ ਮੈਰਿਜ ਕਰਵਾ ਲਾ, ਚੰਗਾ ਬੰਦਾ ਹੈ, ਜੋਬ ਵੀ ਚੰਗੀ ਕਰਦਾ ਹੈ, ਤਾਂ ਨਹੀਂ ਤੂੰ ਕੁਆਰੀ ਹੋ ਰਹਿ ਜਾਣਾ। ਉਹ ਕਹਿੰਦੀ ਕੋਈ ਗੱਲ ਨਹੀਂ, ਮੈਂ ਕੁਆਰੀ ਠੀਕ ਹਾਂ, ਪਰ ਮੈਂ ਇਹੋ ਜਿਹੇ ਘਟੀਆ ਇਨਸਾਨ ਨਾਲ ਨਹੀਂ ਮੈਂ ਵਿਆਹ ਕਰਾਉਣਾ। ਇਸ ਤੋਂ ਬਾਅਦ ਉਹਨਾਂ ਦਾ ਅੱਗੇ ਵੱਧਦਾ ਪ੍ਰਪੋਜ਼ਲ, ਤਾਂ ਜਿਹੜਾ ਹੁਣ ਕੋਲਿਨ ਨੂੰ ਪਤਾ ਚੱਲ ਜਾਂਦਾ ਹੈ ਕਿ ਹੁਣ ਮੇਰੀ ਇੱਥੇ ਇਸ ਘਰ ਦੇ ਵਿੱਚ ਦਾਲ ਨਹੀਂ ਗਲਣੀ ਹੈ ਨਾ, ਵੀ ਮੇਰੀ ਇੱਥੇ ਮੈਰਿਜ ਨਹੀਂ ਹੋਣੀ। ਇਸ ਕਰਕੇ ਉਹ ਪੱਟ ਲੈਂਦਾ ਉਹਨੂੰ ਚਾਰਲੋਟ ਲੁਕਾਸ ਨੂੰ। ਹੁਣ ਚਾਰਲੋਟ ਲੁਕਾਸ ਹੈ ਜਿਹੜੀ ਉਹ ਅਲਿਜ਼ਾਬੈਥ ਦੀ ਫਰੈਂਡ ਹੁੰਦੀ ਹੈ, ਉਹਦੇ ਨਾਲ ਮੈਰਿਜ ਕਰਵਾ ਲੈਂਦਾ, ਮੈਰਿਜ ਕਰਵਾ ਕੇ ਉਹਨੂੰ ਲੰਦਨ ਲੈ ਜਾਂਦਾ। ਹੁਣ ਇਸ ਗੱਲ ਨੂੰ ਜਦੋਂ ਅਲਿਜ਼ਾਬੈਥ ਨੂੰ ਪਤਾ ਚੱਲਦਾ ਇਸ ਬਾਰੇ, ਤਾਂ ਉਹ ਲੁਕਾਸ ਨੂੰ ਪੁੱਛਦੀ ਹੈ ਕਿ ਯਾਰ ਤੈਨੂੰ ਹੋਰ ਕੋਈ ਬੰਦਾ ਨਹੀਂ ਪਸੰਦ ਆਇਆ, ਹੋਰ ਕੋਈ ਮੁੰਡਾ ਦੇਖ ਲੈਂਦੀ ਤੂੰ। ਉਹ ਕਹਿੰਦੀ ਯਾਰ ਇੱਦੋਂ ਉੱਪਰ ਦੀ ਕੀ ਮੁੰਡਾ ਚੰਗਾ ਹੋਊਗਾ, ਹੈ ਨਾ, ਨੌਕਰੀ ਕਰਦਾ ਹੈ, ਲੰਦਨ ਦੇ ਵਿੱਚ ਸੈਟਲ ਹੈ, ਤਾਂ ਮੈਨੂੰ ਤਾਂ ਬਹੁਤ ਚੰਗਾ ਲੱਗਦਾ ਹੈ, ਮੈਂ ਤਾਂ ਇਹਦੇ ਨਾਲ ਹੀ ਮੈਰਿਜ ਕਰਵਾ ਲਈ। ਤਾਂ ਇੱਦਾਂ ਦਾ ਕਰਕੇ ਉਹ ਦੋਨੋਂ ਜਦੋਂ ਲੰਦਨ ਜਾਂਦੇ ਨੇ ਤਾਂ ਜਾਂਦੀ ਜਾਂਦੀ ਉਹ ਅਲਿਜ਼ਾਬੈਥ ਨੂੰ ਇਹ ਕਹਿ ਜਾਂਦੀ ਹੈ ਕਿ ਤੂੰ ਮੇਰੀ ਸਿਸਟਰ ਅਤੇ ਮੇਰੇ ਫਾਦਰ ਦੇ ਨਾਲ ਮੇਰੇ ਕੋਲ ਕਦੇ ਮਿਲਣ ਆਈ। ਉਸ ਤੋਂ ਬਾਅਦ ਨੈਕਸਟ ਫਿਰ ਇਹਨਾਂ ਕੋਲ ਅੱਗੇ ਇੱਕ ਹੋਰ ਕਰੈਕਟਰ ਜਿਹੜਾ ਐਂਟਰੀ ਕਰਦਾ, ਮਿਸਟਰ ਬੇਖਮ, ਜਿਹੜਾ ਇੱਕ ਮਿਲਟਰੀ ਆਫੀਸਰ ਹੁੰਦਾ। ਹੁਣ ਜਦੋਂ ਅਲਿਜ਼ਾਬੈਥ ਹੋਣੀ ਆਪਣੀ ਆਂਟ ਦੇ ਕੋਲ ਜਾਂਦੀਆਂ ਨੇ ਤਾਂ ਰਸਤੇ ਦੇ ਵਿੱਚ ਉਹਨਾਂ ਨੂੰ ਇੱਕ ਮਿਲਟਰੀ ਆਫੀਸਰ ਮਿਲਦੇ ਨੇ, ਇੱਕ ਗਰੁੱਪ ਹੁੰਦਾ ਉਹਨਾਂ ਦਾ। ਉਹਨਾਂ ਦੇ ਵਿੱਚੋਂ ਮਿਸਟਰ ਬੇਖਮ ਜਿਹੜਾ ਹੈਗਾ ਅਲਿਜ਼ਾਬੈਥ ਨੂੰ ਬਹੁਤ ਚੰਗਾ ਲੱਗਦਾ ਹੈ, ਸੋਹਣਾ ਲੱਗਦਾ ਹੈ, ਤਾਂ ਉਸ ਨੂੰ ਲਾਈਕ ਕਰਨਾ ਸ਼ੁਰੂ ਕਰ ਦਿੰਦੀ ਹੈ।
ਤਾਂ ਅਟਰੈਕਟਿਵ ਹੋ ਜਾਂਦੇ ਆ ਉਸ ਵੱਲ। ਤਾਂ ਇਹ ਦੋਨੋਂ ਇੱਕ ਦੂਜੇ ਦੇ ਥੋੜ੍ਹਾ ਜਿਹਾ ਕਲੋਜ਼ ਹੁੰਦੇ ਨੇ। ਤਾਂ ਜਦੋਂ ਇੱਕ ਗੱਲਾਂ ਕਰ ਰਹੇ ਹੁੰਦੇ ਨੇ ਰਸਤੇ ਦੇ ਵਿੱਚ ਖੜ੍ਹੇ, ਤਾਂ ਇਹਨਾਂ ਨੂੰ ਉੱਥੇ ਇੱਕ ਡਰਸੀ ਅਤੇ ਬਿੰਗਲੇ ਕ੍ਰੋਸ ਕਰਦੇ ਨੇ। ਉਹ ਲੰਘਣ ਲੱਗਦੇ ਨੇ, ਉੱਥੇ ਰੁਕ ਜਾਂਦੇ ਨੇ ਉਹਨਾਂ ਨੂੰ ਦੇਖ ਕੇ। ਜਦੋਂ ਉੱਥੇ ਰੁਕਦੇ ਨੇ ਤਾਂ ਜਿਹੜਾ ਡਰਸੀ ਅਤੇ ਵੇਖਿਮ ਇੱਕ ਦੂਜੇ ਵੱਲ ਨਾ ਬੜਾ ਲਾਲ ਪੀਲੇ ਹੋ ਜਾਂਦੇ ਨੇ ਦੇਖ ਦੇਖ ਕੇ, ਕਿ ਯਾਰ ਇੱਕ ਦੂਜੇ ਨੂੰ ਲਾਈਕ ਨਹੀਂ ਕਰਦੇ, ਹੈ ਨਾ। ਤਾਂ ਇਹ ਚੀਜ਼ ਨੂੰ ਦੇਖ ਕੇ ਐਲਿਜ਼ਾਬੈਥ ਬੜਾ ਕਨਫਿਊਜ਼ਨ ਦੇ ਵਿੱਚ ਚਲੀ ਜਾਂਦੀ ਹੈ ਕਿ ਯਾਰ ਇਹ ਇੱਕ ਦੂਜੇ ਨੂੰ ਕਿਉਂ ਕਿਉਂ ਇੱਦਾਂ ਕੀਤਾ ਇਹਨਾਂ ਨੇ। ਤਾਂ ਇੱਥੇ ਫਿਰ ਉਹ ਪੁੱਛ ਲੈਂਦੀ ਹੈ ਵੇਖਿਮ ਨੂੰ ਕਿ ਮੈਨੂੰ ਯਾਰ ਤੂੰ ਗੱਲ ਦੱਸ, ਇਹਦੇ ਵਿੱਚ ਹੈ ਕੀ ਹੈ, ਪ੍ਰੋਸੈਸ ਕੀ ਹੈ ਇਹਦੇ ਵਿੱਚ। ਤਾਂ ਉਹਨੂੰ ਵੇਖਿਮ ਦੱਸਦਾ ਕਿ ਜਿਹੜਾ ਮੇਰਾ ਫਾਦਰ ਸੀ ਨਾ, ਉਹ ਡਰਸੀ ਦੇ ਘਰ ਦੇ ਵਿੱਚ ਜੋਬ ਕਰਦਾ ਪਿਆ ਸੀ ਉਹਦੇ ਫਾਦਰ ਦੇ ਕੋਲ। ਤਾਂ ਜਦੋਂ ਉਹਦੇ ਫਾਦਰ ਦੀ ਡੈਥ ਹੁੰਦੀ ਹੈ ਤਾਂ ਉਸਦੇ ਫਾਦਰ ਨੇ ਡਰਸੀ ਨੂੰ ਇਹ ਆਖਿਆ ਸੀ ਕਿ ਤੂੰ ਜਿਹੜੀ ਹੈ ਕੁਛ ਕੁ ਪ੍ਰੋਪਰਟੀ ਦਾ ਪਾਰਟ ਹੈ ਜਾਂ ਕੁਛ ਕੁ ਤੇਰੇ ਕੋਲ ਮਨੀ ਹੈ ਜਿਹੜੀ, ਉਹ ਵੇਖਿਮ ਨੂੰ ਦੇ ਦੀ। ਪਰ ਉਹ ਮੈਨੂੰ ਇੱਦਾਂ ਨਹੀਂ ਦਿੰਦਾ। ਇਸ ਕਰਕੇ ਮੇਰਾ ਤਾਂ ਇਰਾਦਾ ਸੀਗਾ ਕਿ ਮੈਂ ਤਾਂ ਜਿਹੜਾ ਹੈਗਾ ਕਿਸੇ ਹੋਰ ਫੀਲਡ ਦੇ ਵਿੱਚ ਜਾਣਾ ਸੀ, ਲੇਕਿਨ ਮੇਰੀ ਮਜਬੂਰੀ ਬਣੀ ਤਾਂ ਕਰਕੇ ਮੈਂ ਮਿਲਟਰੀ ਆਫਿਸਰ ਬਣਿਆ ਵਾਂ। ਹੁਣ ਇਸ ਗੱਲ ਨੂੰ ਲੈ ਕੇ ਉਹ ਬੜਾ ਹੋਰ ਪ੍ਰੈਜੂਡਾਈਜ਼ ਦੇ ਵਿੱਚ ਗੁੱਝ ਜਾਂਦੀ ਹੈ। ਉਹਨੂੰ ਹੋਰ ਮਤਭੇਦ ਆ ਜਾਂਦੇ ਨੇ ਕਿ ਯਾਰ ਡਰਸੀ ਬੰਦਾ ਸਹੀ ਨਹੀਂ ਹੈ, ਉਸ ਦੇ ਅੰਦਰ ਤਾਂ ਘਮੰਡ ਹੀ ਭਰਿਆ ਹੋਇਆ ਹੈ। ਕਿਉਂਕਿ ਜਦੋਂ ਹੁਣ ਉਹ ਪਹਿਲਾਂ ਬਾਲ ਡਾਂਸ ਦੇ ਵਿੱਚ ਦੇਖਿਆ ਉਹਨੇ, ਫਿਰ ਉਹਦੇ ਘਰ ਦੇ ਵਿੱਚ ਦੇਖਿਆ ਕਿ ਇੱਦਾਂ ਦਾ ਪਰਸਨ ਹੈ, ਉਹ ਚੰਗਾ ਨਹੀਂ ਹੈ। ਤਾਂ ਇੱਥੇ ਇਹਨਾਂ ਦੀ ਕਨਵਰਸੇਸ਼ਨ ਇਹ ਖਤਮ ਹੋ ਜਾਂਦੀ ਹੈ। ਉਸ ਤੋਂ ਬਾਅਦ ਅਗਲੇ ਦਿਨ ਹੀ ਲੈਟਰ ਫਰੋਮ ਕੈਰੋਲਿਨ ਬਿੰਗਲੇ। ਹੁਣ ਕੈਰੋਲਿਨ ਬਿੰਗਲੇ ਵੱਲੋਂ ਇੱਕ ਹੋਰ ਲੈਟਰ ਆਉਂਦਾ, ਜਿਹੜੀ ਨੇ ਪਹਿਲਾਂ ਜੇਨ ਨੂੰ ਇੱਕ ਲੈਟਰ ਦਿੱਤਾ ਸੀ ਕਿ ਤੂੰ ਸਾਡੇ ਘਰ ਆ ਜਾ। ਹੁਣ ਇਸ ਲੈਟਰ ਦੇ ਵਿੱਚ ਕੈਰੋਲਿਨ ਬਿੰਗਲੇ ਸਿੱਧੀ ਤਰ੍ਹਾਂ ਦੱਸ ਦਿੰਦੀ ਹੈ ਕਿ ਅਸੀਂ ਜਿਹੜਾ ਹੈਗਾ ਨੈਦਰਫੀਲਡ ਪਾਰਕ ਨੂੰ ਹੁਣ ਛੱਡ ਰਹੇ ਹਾਂ, ਅਤੇ ਹੁਣ ਅਸੀਂ ਲੰਦਨ ਵੱਲ ਜਾ ਰਹੇ ਹਾਂ ਅਤੇ ਕਦੇ ਵੀ ਵਾਪਸ ਨਹੀਂ ਆਵਾਂਗੇ। ਅਤੇ ਜਿਹੜਾ ਬਿੰਗਲੇ ਆ, ਇਸ ਦੀ ਮੈਰਿਜ ਐਲਿਜ਼ਾਬੈਥ ਨਾਲ ਨਹੀਂ ਸੌਰੀ ਜੇਨ ਦੇ ਨਾਲ ਨਹੀਂ ਹੋ ਸਕਦੀ। ਤਾਂ ਅਸੀਂ ਹੁਣ ਇੱਥੋਂ ਸਦਾ ਲਈ ਜਾ ਰਹੇ ਹਾਂ। ਜਦੋਂ ਇਹ ਗੱਲ ਪਤਾ ਚੱਲਦੀ ਆ, ਘਰ ਦੇ ਵਿੱਚ ਨਾ ਸਨਾਟਾ ਜਿਹਾ ਛਾ ਜਾਂਦਾ ਸਾਰੇ ਕਿ ਇਹ ਕੀ ਹੋ ਗਿਆ ਇੱਕਦਮ, ਹੈ ਨਾ। ਸਾਡੀ ਤਾਂ ਹੁਣ ਜਿਹੜੀ ਹੈ ਐਲਿਜ਼ਾਬੈਥ ਕਹਿੰਦੀ ਕਿ ਜੇਨ ਦੀ ਤਾਂ ਮੈਰਿਜ ਹੋ ਜਾਣੀ ਸੀ ਬਿੰਗਲੇ ਦੇ ਨਾਲ, ਪਰ ਹੁਣ ਇਹ ਇੱਥੋਂ ਚੱਲ ਰਹੇ ਨੇ, ਇਹਨੂੰ ਛੱਡ ਕੇ ਜਾ ਰਹੇ ਨੇ। ਤਾਂ ਇਹਦੇ ਪਿੱਛੇ ਨਾ ਉਹ ਸੋਚਦੀ ਹੈ ਕਿ ਇਹ ਕਿਤੇ ਨਾ ਕਿਤੇ ਡਰਸੀ ਦਾ ਹੀ ਹੱਥ ਹੈ, ਡਰਸੀ ਹੀ ਇੱਦਾਂ ਕਰਨਾ ਚਾਹੁੰਦਾ ਹੈ। ਕਿਉਂਕਿ ਉਹਨੇ ਆਲਰੇਡੀ ਡਰਸੀ ਬਾਰੇ ਪਹਿਲਾਂ ਕਿੰਨਾ ਕੁਛ ਸੁਣਿਆ ਸੀ ਵੇਖਿਮ ਤੋਂ, ਅਤੇ ਆਪ ਵੀ ਦੇਖਿਆ ਸੀ। ਤਾਂ ਦੋਨੋਂ ਸਾਈਡ ਦੀਆਂ ਹੋ ਜਾਂਦੀਆਂ ਨੇ। ਫੈਮਿਲੀ ਦੇ ਵਿੱਚ ਇੱਕ ਸਾਰੇ ਹੀ ਸਾਇਲੈਂਸ ਜਿਹਾ ਆ ਜਾਂਦਾ ਹੈ। ਉਸ ਤੋਂ ਬਾਅਦ ਕੁਛ ਕੁ ਦਿਨਾਂ ਬਾਅਦ ਉੱਥੇ ਮਿਸਟਰ ਐਂਡ ਮਿਸਿਜ਼ ਗਾਰਡੀਨਰ ਆਉਂਦੀਆਂ ਨੇ, ਜਿਹੜੀ ਕਿ ਆਂਟੀ ਹੁੰਦੀ ਹੈ ਐਲਿਜ਼ਾਬੈਥ ਜੇਨ ਦੀ, ਬੈਨਟ ਦੀ। ਉਹ ਜਦੋਂ ਆਉਂਦੀ ਹੈ ਇੱਥੇ, ਉਹ ਆ ਕੇ ਉਹ ਦੇਖਦੀ ਹੈ ਕਿਉਂਕਿ ਕਿ ਇੱਦਾਂ ਦੀ ਕੰਡੀਸ਼ਨ ਹੋਈ ਪਈ ਹੈ, ਤਾਂ ਫਿਰ ਉਹ ਜੈਨ ਨੂੰ ਆਪਣੇ ਨਾਲ ਲੰਦਨ ਲੈ ਜਾਂਦੀ ਹੈ। ਹੁਣ ਜਦੋਂ ਲੰਦਨ ਦੇ ਵਿੱਚ ਉਹਨੂੰ ਲੈ ਜਾਂਦੀ ਹੈ ਕਿ ਉਹਦਾ ਜਿਹੜਾ ਮਾਹੌਲ ਹੈ ਥੋੜ੍ਹਾ ਜਿਹਾ ਸੈੱਟ ਇਨਵਾਇਰਮੈਂਟ ਚੇਂਜ ਹੋਊਗਾ, ਤਾਂ ਉਹ ਉੱਦਾਂ ਹੀ ਠੀਕ ਹੋ ਜਾਣੀ ਹੈ ਨਾ। ਉਹਨੂੰ ਸਟ੍ਰੈਸ ਜਿਹੀ ਪਈ ਹੋਈ ਆ ਕਿ ਉਹਦੇ ਨਾਲ ਇੱਦਾਂ ਦਾ ਹੋ ਗਿਆ। ਦੈਨ ਉਸ ਤੋਂ ਬਾਅਦ ਐਲਿਜ਼ਾਬੈਥ ਨੂੰ ਉਹਦਾ ਜਿਹੜਾ ਲੁਕਾਸ ਹੈ, ਉਹਦਾ ਫਾਦਰ ਇੱਕ ਦਿਨ ਆਉਂਦਾ ਉਹਦੇ ਕੋਲ, ਕਹਿੰਦਾ ਕਿ ਅਸੀਂ ਹੁਣ ਲੰਦਨ ਦੇ ਵਿੱਚ ਜਾ ਰਹੇ ਹਾਂ ਲੁਕਾਸ ਨੂੰ ਮਿਲਣ। ਐਲਿਜ਼ਾਬੈਥ ਨੂੰ ਕਹਿੰਦਾ ਕਿ ਤੂੰ ਵੀ ਸਾਡੇ ਨਾਲ ਜਿਹੜਾ ਹੈਗਾ ਚੱਲ। ਹੁਣ ਜਦੋਂ ਐਲਿਜ਼ਾਬੈਥ ਜਾਂਦੀ ਹੈ ਉਹਨਾਂ ਦੇ ਨਾਲ ਲੰਦਨ ਦੇ ਵਿੱਚ, ਉੱਥੇ ਜਾ ਕੇ ਉਹ ਸਭ ਤੋਂ ਪਹਿਲਾਂ ਤਾਂ ਆਪਣੀ ਸਿਸਟਰ ਨੂੰ ਮਿਲਦੀ ਹੈ, ਗਾਰਡੀਨਰ ਨੂੰ ਮਿਲਦੀ ਹੈ। ਉਹਨੂੰ ਪੁੱਛਦੀ ਹੈ ਕਿ ਜਿਹੜੀ ਜੇਨ ਹੈ ਹੁਣ ਕਿਵੇਂ ਦੀ ਹੈ, ਉਹ ਠੀਕ ਹੋਈ ਹੈ ਜਾਂ ਕਿੱਦਾਂ ਉੱਦਾਂ ਹੀ ਹੈ। ਤਾਂ ਉਹਨੂੰ ਉਹਦੇ ਬਾਰੇ ਥੋੜ੍ਹਾ ਜਿਹਾ ਦੱਸਿਆ ਜਾਂਦਾ। ਉਸ ਤੋਂ ਬਾਅਦ ਇਹ ਐਲਿਜ਼ਾਬੈਥ ਹੈ ਜਿਹੜੀ ਇਹ ਉਹਨਾਂ ਦੀ ਆਪਣੇ ਲੁਕਾਸ ਦੇ ਫਾਦਰ ਦੇ ਨਾਲ ਅੱਗੇ ਰੋਜ਼ਿੰਗ ਪਾਰਟੀ ਦੇ ਵਿੱਚ ਚੱਲ ਜਾਂਦੇ ਨੇ। ਹੁਣ ਰੋਜ਼ਿੰਗ ਪਾਰਟੀ ਦੇ ਵਿੱਚ ਜਾਣ ਤੋਂ ਪਹਿਲਾਂ ਇਹ ਰਸਤੇ ਦੇ ਵਿੱਚ ਇਹ ਜਦੋਂ ਲੁਕਾਸ ਦੇ ਘਰ ਜਾਂਦੇ ਨੇ, ਕੋਲਿਨਸ ਦੇ ਘਰ, ਉੱਥੇ ਜਾ ਕੇ ਦੇਖਦੇ ਨੇ ਉਹ ਦੋਨੋਂ ਬੜੇ ਖੁਸ਼ ਨੇ, ਹੈ ਨਾ। ਉਸ ਤੋਂ ਬਾਅਦ ਜਦੋਂ ਇਹ ਰੋਜ਼ਿੰਗ ਪਾਰਟੀ ਦੇ ਵਿੱਚ ਜਾਂਦੇ ਨੇ, ਉੱਥੇ ਫਿਰ ਉਹਨੂੰ ਜਿਹੜਾ ਹੈਗਾ ਐਲਿਜ਼ਾਬੈਥ ਨੂੰ ਡਰਸੀ ਮਿਲਦਾ ਹੈ। ਹੁਣ ਇੱਥੇ ਫਿਰ ਉਹਨਾਂ ਦੇ ਵਿੱਚ ਜਿਹੜੇ ਜਿੰਨੇ ਵੀ ਹੁਣ ਤੱਕ ਦੇ ਮਤਭੇਦ ਪਏ ਹੋਏ ਸੀ, ਜਿੰਨੇ ਵੀ ਹੁਣ ਤੱਕ ਉਹਨਾਂ ਦੇ ਅੰਦਰ ਕਨਫਿਊਜ਼ਨਸ ਸੀਗੀਆਂ, ਉਹ ਸਾਰੀਆਂ ਦੂਰ ਹੋ ਜਾਂਦੀਆਂ ਨੇ। ਪਹਿਲਾਂ ਤਾਂ ਇਹ ਆਪਸ ਵਿੱਚ ਲੜਦੇ ਨੇ ਦੋਨੋਂ ਰੋਜ਼ਿੰਗ ਪਾਰਟੀ ਦੇ ਤੋਂ ਬਾਅਦ। ਉਹਦੇ ਵਿੱਚ ਐਲਿਜ਼ਾਬੈਥ ਆਪਣੇ ਪੱਖ ਰੱਖਦੀ ਹੈ, ਡਰਸੀ ਜਿਹੜਾ ਆਪਣੇ ਪੱਖ ਰੱਖਦਾ ਹੈ, ਆਪਣੇ ਪੁਆਇੰਟਸ ਰੱਖਦਾ ਹੈ ਕਿ ਇੱਦਾਂ ਇੱਦਾਂ ਦਾ ਸੀਨ ਹੋਇਆ ਸੀ। ਤਾਂ ਇੱਥੇ ਫਿਰ ਜਿਹੜੀ ਐਲਿਜ਼ਾਬੈਥ ਆ ਉਹਨੂੰ ਸਿੱਧੇ ਤੌਰ 'ਤੇ ਡਰਸੀ ਨੂੰ ਕਹਿੰਦੀ ਹੈ ਕਿ ਮੇਰੀ ਸਿਸਟਰ ਨੂੰ ਸਾਈਡ ਕਰਨ ਦਾ ਰੀਜ਼ਨ ਤੂੰ ਹੈ, ਵੇਖਿਮ ਨੂੰ ਮਿਲਟਰੀ ਆਫਿਸਰ ਬਣਾਉਣ ਦਾ ਰੀਜ਼ਨ ਤੂੰ ਹੈ, ਤੂੰ ਚੰਗਾ ਨਹੀਂ ਹੈ, ਤੂੰ ਪ੍ਰਾਈਡ ਨਾਲ ਭਰਿਆ ਹੋਇਆ ਹੈ। ਇਹ ਸਾਰੀਆਂ ਗੱਲਾਂ ਜਦੋਂ ਡਰਸੀ ਨੂੰ ਪਤਾ ਚੱਲਦੀਆਂ ਨੇ, ਫਿਰ ਡਰਸੀ ਵੀ ਇੱਕ ਇਹ ਲੈਟਰ ਲਿਖ ਕੇ ਜਾਂਦਾ। ਉਹ ਲੈਟਰ ਦੇ ਵਿੱਚ ਉਹ ਸਾਰਾ ਕਲੀਅਰ ਕਰ ਦਿੰਦਾ ਐਲਿਜ਼ਾਬੈਥ ਨੂੰ ਕਿ ਮੈਂ ਇੱਦਾਂ ਦਾ ਨਹੀਂ ਹੈ, ਮੈਨੂੰ ਬਣਾਇਆ ਗਿਆ ਹੈ ਲੋਕਾਂ ਦੁਆਰਾ। ਹੁਣ ਉਹ ਲੈਟਰ ਜਦੋਂ ਐਲਿਜ਼ਾਬੈਥ ਪੜ੍ਹਦੀ ਹੈ, ਉਸ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਉਹ ਇਹ ਕਹਿੰਦਾ ਕਿ
ਮੇਰਾ ਹੁਣ ਤੇਰੀ ਸਿਸਟਰ ਤੇ ਚਾਰਲਸ ਬਿੰਗਲੇ ਨੂੰ ਦੋਨਾਂ ਨੂੰ ਵੱਖ ਕਰਨ ਦੇ ਵਿੱਚ ਕੋਈ ਵੀ ਹੱਥ ਨਹੀਂ ਹੈ ਤੇ ਨਾ ਹੀ ਮੇਰਾ ਇੰਟਰਸਟ ਸੀਗਾ। ਇੱਥੇ ਉਹ ਆਪਣੀ ਗੱਲ ਰੱਖਦਾ ਕਿ ਜਿਹੜਾ ਮਿਸਟਰ ਬਿੰਗਲੇ ਹੈ ਉਹ ਪਹਿਲਾਂ ਵੀ ਇੱਕ ਵਾਰੀ ਕਿਸੇ ਕੁੜੀ ਦੇ ਚੱਕਰ 'ਚ ਪੈ ਗਿਆ ਸੀ ਤੇ ਉਸ ਤੋਂ ਬਾਅਦ ਉਹਨੂੰ ਉੱਥੋਂ ਧੋਖਾ ਮਿਲ ਗਿਆ ਸੀ, ਇਸ ਕਰਕੇ ਮੈਂ ਉਹਦੇ ਵੱਲ ਤਾਂ ਧਿਆਨ ਰੱਖਦਾ ਸੀ। ਦੂਸਰੀ ਸਾਈਡ ਦੇ ਉੱਪਰ ਇਹ ਸਾਰੀ ਜਿਹੜੀ ਉੱਥੋਂ ਸਾਡਾ ਨੈਦਰਫੀਲਡ ਪਾਰਕ ਨੂੰ ਛੱਡਣਾ, ਇਹ ਸਾਰਾ ਹੀ ਕੈਰੋਲਿਨ ਦੀ ਪਲੈਨਿੰਗ ਸੀ, ਮੇਰਾ ਤਾਂ ਕੋਈ ਹੱਥ ਨਹੀਂ ਸੀ ਇਹਦੇ ਵਿੱਚ। ਅੱਗੇ ਫਿਰ ਉਹ ਬਿਖਮ ਬਾਰੇ ਦੱਸਦਾ ਕਿ ਬਿਖਮ ਦਾ ਫਾਦਰ ਮੇਰੇ ਫਾਦਰ ਦੇ ਕੋਲ ਜੌਬ ਕਰਦਾ ਹੁੰਦਾ ਸੀ। ਤਾਂ ਜਦੋਂ ਮੇਰੇ ਫਾਦਰ ਦੀ ਡੈਥ ਹੁੰਦੀ ਆ ਤਾਂ ਮੇਰੇ ਫਾਦਰ ਨੇ ਆਖਿਆ ਸੀ ਕਿ ਇਹਨੂੰ ਤੂੰ ਕੁਛ ਕੁ ਜਿਹੜੀ ਅਮਾਊਂਟ ਹੈ ਉਹ ਇਹਨੂੰ ਦੇ ਦੀ ਮੇਰੀ ਡੈਥ ਤੋਂ ਬਾਅਦ। ਹੁਣ ਇੱਦਾਂ ਹੀ ਕਰਦਾ, ਜਦੋਂ ਉਹਦੀ ਡੈਥ ਹੁੰਦੀ ਆ ਤਾਂ ਜਿਹੜਾ ਡਰਸੀ ਹੈ ਉਹ ਬਿਖਮ ਨੂੰ ਕੁਛ ਕੁ ਪੈਸੇ ਦੇ ਦਿੰਦਾ ਹੈ, ਜਿਹੜੇ ਉਹਦੇ ਬਣਦੇ ਹੁੰਦੇ ਨੇ। ਉਹ ਉਹਨੂੰ ਪੈਸੇ ਦੇ ਕੇ ਬਾਅਦ ਦੇ ਵਿੱਚ ਜਿਹੜਾ ਡਰਸੀ ਬਿਖਮ ਹੈ ਉਹ ਉਹਨਾਂ ਨੂੰ ਐਸ਼ਪ੍ਰਸਤੀ ਦੇ ਵਿੱਚ, ਪਾਰਟੀਬਾਜ਼ੀ ਦੇ ਵਿੱਚ ਸਾਰਾ ਕੁਛ ਖਤਮ ਕਰ ਦਿੰਦਾ। ਜਦੋਂ ਦੁਬਾਰਾ ਫਿਰ ਉਹਦੇ ਕੋਲ ਪੈਸੇ ਮੰਗਣ ਦੇ ਲਈ ਜਾਂਦਾ, ਉਹਨੂੰ ਮਨਾ ਕਰ ਦਿੰਦਾ ਕਿ ਯਾਰ ਜਿੰਨੀ ਤੇਰੀ ਪ੍ਰੋਪਰਟੀ ਸੀ, ਜਿਹੜਾ ਤੇਰਾ ਹੈਗਾ ਸੀ ਅਮਾਊਂਟ, ਉਹ ਮੈਂ ਤੈਨੂੰ ਦੇ ਦਿੱਤੀ ਹੈ, ਤਾਂ ਹੁਣ ਮੈਂ ਤੈਨੂੰ ਕੁਛ ਨਹੀਂ ਦੇ ਸਕਦਾ। ਤਾਂ ਇਹ ਗੱਲ ਸੁਣਦੇ ਹੀ ਉਸ ਤੋਂ ਬਾਅਦ ਇਹਨਾਂ ਦੇ ਵਿੱਚ ਆਪਸ ਵਿੱਚ ਜਿਹੜੇ ਨੇ ਫਿਰ ਦੂਰੀਆਂ ਪੈ ਜਾਂਦੀਆਂ ਨੇ। ਹੁਣ ਉਹ ਦੂਰੀਆਂ ਦੇ ਵਿੱਚ ਫਿਰ ਜਿੱਥੇ ਵੀ ਬਿਖਮ ਜਾਂਦਾ ਉਹ ਡਰਸੀ ਨੂੰ ਮਾੜਾ ਹੀ ਠਹਿਰਾਉਂਦਾ। ਉਹ ਡਰਸੀ ਬਾਰੇ ਆਖਦਾ ਕਿ ਡਰਸੀ ਮਾੜਾ ਸੀ। ਉਸ ਤੋਂ ਬਾਅਦ ਹੁਣ ਜਿਹੜਾ ਉਹ ਲੈਟਰਸ ਦੇ ਵਿੱਚ ਸਾਰਾ ਕੁਛ ਲਿਖਿਆ ਜਾਂਦਾ, ਉਹ ਇੱਥੇ ਹੁਣ ਇਹ ਵੀ ਦੱਸਦਾ ਕਿ ਡਰਸੀ ਦੀ ਸਿਸਟਰ ਹੁੰਦੀ ਹੈ ਕਿ ਜਾਰਜੀਆਨਾ ਡਰਸੀ, ਜਿਸ ਨੂੰ ਜਿਹੜਾ ਕਿ ਬਿਖਮ ਹੈ ਉਹ ਭਜਾ ਕੇ ਲੈ ਗਿਆ ਸੀ। ਅਤੇ ਫਿਰ ਉਸ ਤੋਂ ਬਾਅਦ ਉਹ ਅਮਾਊਂਟ ਮੰਗਦਾ ਪਿਆ ਸੀ ਬਹੁਤ ਵੱਡੀ ਕਿ ਮੈਂ ਤਾਂ ਜਿਹੜੀ ਹੈ ਮੈਰਿਜ ਕਰੂੰਗਾ ਇਹਦੇ ਨਾਲ। ਉਹਨੇ ਮੈਰਿਜ ਨਹੀਂ ਕੀਤੀ ਸੀ। ਦੈਨ ਉਸ ਤੋਂ ਬਾਅਦ ਜਦੋਂ ਇਹ ਸਾਰਾ ਲੈਟਰ ਪੜ੍ਹਦੀ ਹੈ ਐਲਿਜ਼ਾਬੈਥ, ਉਹ ਤਾਂ ਬੜੀ ਕਨਫਿਊਜ਼ਨ ਦੇ ਵਿੱਚ ਪੈ ਜਾਂਦੀ ਹੈ। ਉਹਨੂੰ ਵਾਰ-ਵਾਰ ਪੜ੍ਹਦੀ ਹੈ ਅਤੇ ਪੜ੍ਹਦੇ ਹੋਏ ਉਸ ਤੋਂ ਬਾਅਦ ਫਿਰ ਉਹਨੂੰ ਕਲੀਅਰ ਹੋ ਜਾਂਦਾ ਕਿ ਯਾਰ ਜਿਹੜਾ ਡਰਸੀ ਹੈ ਇਹ ਠੀਕ ਹੈ ਅਤੇ ਬਿਖਮ ਕਿਤੇ ਨਾ ਕਿਤੇ ਗਲਤ ਹੈ। ਉਸ ਤੋਂ ਬਾਅਦ ਫਿਰ ਐਲਿਜ਼ਾਬੈਥ ਪੈਂਬਰਲੇ ਐਸਟੇਟ ਦੇ ਵਿੱਚ ਮਿਲਣ ਜਾਂਦੀ ਹੈ। ਜਦੋਂ ਇਹ ਸਾਰਾ ਲੈਟਰ ਪੜ੍ਹਦੀ ਹੈ ਤਾਂ ਇਹ ਲੈਟਰ ਪੜ੍ਹ ਕੇ ਫਿਰ ਇਹ ਸਾਰਾ ਜੈਨ ਨੂੰ ਦੱਸਦੀ ਹੈ। ਜੈਨ ਨੂੰ ਦੱਸਦੀ ਹੈ ਕਿ ਜਿਹੜਾ ਸਾਰਾ ਪ੍ਰੋਸੈਸ ਇੱਦਾਂ ਦਾ ਸੀਗਾ ਕਿ ਡਰਸੀ ਦਾ ਕਿਵੇਂ ਤੇਰੇ ਤੋਂ ਦੂਰ, ਉਹਦਾ ਬਿੰਗਲੇ ਦਾ ਤੇਰੇ ਤੋਂ ਕਿਵੇਂ ਦੂਰ ਹੋ ਜਾਣਾ, ਜਾਂ ਫਿਰ ਬਿਖਮ ਦਾ ਆਪਣੇ ਕੋਲ ਡਰਸੀ ਬਾਰੇ ਇੱਦਾਂ ਕਿਵੇਂ ਕਹਿਣਾ, ਇਹ ਸਾਰਾ ਕੁਛ ਉਹਨੂੰ ਜਿਹੜਾ ਹੈਗਾ ਉੱਥੇ ਦੱਸਦੀ ਹੈ। ਉਸ ਤੋਂ ਬਾਅਦ ਮਿਸਟਰ ਐਂਡ ਮਿਸਿਜ਼ ਗਾਰਡੀਨਰ ਇਹ ਦੋਨੋਂ ਐਲਿਜ਼ਾਬੈਥ ਬੈਨੇਟ ਨੂੰ ਲੈ ਕੇ ਪੈਂਬਰਲੇ ਹਾਊਸ ਦੇ ਵਿੱਚ ਜਾਂਦੇ ਨੇ, ਮਤਲਬ ਇੱਕ ਟੂਰ ਦੇ ਉੱਤੇ ਜਾਂਦੇ ਨੇ। ਜਦੋਂ ਪੈਂਬਰਲੇ ਸਟੇਟ ਦੇ ਵਿੱਚ ਪਹੁੰਚਦੇ ਨੇ ਤਾਂ ਉੱਥੇ ਡਰਸੀ ਮਿਲ ਜਾਂਦਾ ਉਹਨਾਂ ਨੂੰ। ਹੁਣ ਜਦੋਂ ਡਰਸੀ ਇੱਥੇ ਮਿਲਦਾ ਤਾਂ ਉਹ ਬੜਾ ਹਲੀਮੀ ਨਾਲ ਪੇਸ਼ ਆਉਂਦਾ, ਉਹ ਬੜਾ ਉਹਦੇ ਅੰਦਰੋਂ ਪ੍ਰਾਈਡ ਜਿਹਾ ਖਤਮ ਹੋ ਚੁੱਕਿਆ ਹੁੰਦਾ। ਹੁਣ ਉੱਥੋਂ ਦੇ ਜਿਹੜੇ ਵਰਕਰਸ ਨੇ ਉਹ ਦੱਸਦੇ ਨੇ ਕਿ ਜਿਹੜਾ ਪੈਂਬਰਲੇ ਸਟੇਟ ਹੈ ਇਹ ਜਿਹੜਾ ਹੈਗਾ ਇਹ ਡਰਸੀ ਦਾ ਹੀ ਹੈ। ਉਸ ਤੋਂ ਬਾਅਦ ਉਹ ਦੱਸਦੇ ਨੇ ਕਿ ਡਰਸੀ ਬੜਾ ਚੰਗਾ ਬੰਦਾ ਹੈ, ਉਹ ਇੱਦਾਂ ਦਾ ਹੈ ਨਾ, ਉਹ ਕਦੇ ਕਿਸੇ ਦਾ ਮਾੜਾ ਨਹੀਂ ਕਰਦਾ। ਤਾਂ ਇਹ ਸਾਰੀਆਂ ਗੱਲਾਂ ਜਦੋਂ ਸੁਣਦੇ ਨੇ ਤਾਂ ਉਸ ਤੋਂ ਬਾਅਦ ਜਿਹੜੇ ਐਲਿਜ਼ਾਬੈਥ ਹੈ ਉਹ ਡਰਸੀ ਵੱਲ ਬੜਾ ਅਟਰੈਕਟਿਵ ਹੋ ਜਾਂਦੀ ਹੈ, ਕਹਿੰਦੀ ਹੈ ਕਿ ਡਰਸੀ ਹੁਣ ਚੰਗਾ ਹੋ ਗਿਆ ਪਰਸਨ ਹੈ ਨਾ। ਉਸ ਤੋਂ ਬਾਅਦ ਉਹਨੂੰ ਇੱਕ ਲੈਟਰ ਮਿਲਦਾ ਬੈਨੇਟ ਫੈਮਿਲੀ ਵੱਲੋਂ ਐਲਿਜ਼ਾਬੈਥ ਨੂੰ। ਉਸ ਲੈਟਰ ਦੇ ਵਿੱਚ ਦੱਸਿਆ ਜਾਂਦਾ ਕਿ ਜਿਹੜੀ ਲੀਡੀਆ ਹੈ ਉਸ ਨੂੰ ਜਿਹੜਾ ਬਿਖਮ ਉਹ ਭਜਾ ਕੇ ਲੈ ਗਿਆ। ਅਤੇ ਉਸ ਤੋਂ ਬਾਅਦ ਉਹਨਾਂ ਨੂੰ ਇੱਕ ਹੋਰ ਲੈਟਰ ਮਿਲਦਾ ਜਿਹਦੇ ਵਿੱਚ ਦੱਸਿਆ ਜਾਂਦਾ ਕਿ ਹੁਣ ਉਹ ਭਜਾ ਕੇ ਤਾਂ ਲੈ ਗਿਆ ਬਟ ਉਹ ਉਹਦੇ ਨਾਲ ਮੈਰਿਜ ਨਹੀਂ ਕਰਵਾ ਰਿਹਾ। ਜਦੋਂ ਇਹ ਘਰ ਚਲੀਆਂ ਜਾਂਦੀਆਂ ਨੇ ਤਾਂ ਉਹ ਜਿਹੜਾ ਉਹ ਦੱਸਦੀਆਂ ਨੇ, ਪਤਾ ਚੱਲਦਾ ਉਹਨੂੰ ਕਿ ਹੁਣ ਉਹ ਮੈਰਿਜ ਨਹੀਂ ਇਹਦੇ ਨਾਲ ਕਰਵਾ ਰਿਹਾ। ਕਿਉਂ ਨਹੀਂ ਕਰਵਾ ਰਿਹਾ? ਕਿਉਂਕਿ ਅਮਾਊਂਟ ਮੰਗਦਾ ਪਿਆ ਵੀ ਮੈਨੂੰ ਪਹਿਲਾਂ ਇੰਨੀ ਅਮਾਊਂਟ ਦੇ ਦਿਓ ਫਿਰ ਮੈਂ ਇਹਦੇ ਨਾਲ ਮੈਰਿਜ ਕਰਵਾਊਂਗਾ, ਅਦਰਵਾਈਜ਼ ਮੈਂ ਇਹਦੇ ਨਾਲ ਮੈਰਿਜ ਨਹੀਂ ਕਰਵਾਉਣੀ, ਜਿਵੇਂ ਕਿ ਬਿਖਮ ਨੇ ਪਹਿਲਾਂ ਜਾਰਜੀਆਨਾ ਦੇ ਨਾਲ ਕੀਤਾ ਸੀਗਾ। ਉਸ ਤੋਂ ਬਾਅਦ ਨੈਕਸਟ ਜਦੋਂ ਇਹ ਸਾਰਾ ਲੈਟਰ ਪਹਿਲਾਂ ਵਾਲਾ ਇਹ ਪੜ੍ਹਦੀ ਹੈ ਉੱਥੇ ਪੈਂਬਰਲੇ ਹਾਊਸ ਦੇ ਵਿੱਚ, ਤਾਂ ਉਹ ਸਾਰਾ ਪੜ੍ਹ ਕੇ ਬੜੀ ਸੈਡ ਜਿਹੀ ਹੋ ਜਾਂਦੀ ਹੈ। ਅਤੇ ਸੈਡਨੈਸ ਦਾ ਰੀਜ਼ਨ ਇਹਦਾ ਪੁੱਛਿਆ ਜਾਂਦਾ ਡਰਸੀ ਦੁਬਾਰਾ ਕਿ ਕੀ ਹੋਇਆ ਤੂੰ ਮੈਨੂੰ ਦੱਸ। ਜਦੋਂ ਫਿਰ ਉਹ ਡਰਸੀ ਨੂੰ ਬੜੀ ਬੇਝਿਜਕ ਹੋ ਕੇ ਦੱਸ ਦਿੰਦੀ ਆ ਕਿ ਜਿਹੜੀ ਮੇਰੀ ਸਿਸਟਰ ਲੀਡੀਆ ਸੀਗੀ ਉਹਨੂੰ ਬਿਖਮ ਜਿਹੜਾ ਭਜਾ ਕੇ ਲੈ ਗਿਆ। ਤਾਂ ਹੁਣ ਇੱਥੇ ਉਹ ਫੀਲ ਕਰਦੀ ਹੈ ਕਿ ਹੁਣ ਸਾਡੀ ਜਿਹੜੀ ਫੈਮਿਲੀ ਹੈ ਇਹਦਾ ਨਾਮ ਡੁੱਬ ਗਿਆ, ਸਾਡੀ ਇੱਜ਼ਤ ਚਲੀ ਗਈ ਹੈ, ਤਾਂ ਸਾਨੂੰ ਹੁਣ ਡਰਸੀ ਵੀ ਲਾਈਕ ਨਹੀਂ ਕਰੇਗਾ। ਬਟ ਡਰਸੀ ਉਹਨੂੰ ਦੱਸਦਾ ਕਿ ਮੇਰੀ ਵੀ ਸਿਸਟਰ ਨੂੰ ਇੱਕ ਵਾਰ ਉਹ ਇੱਦਾਂ ਹੀ ਭਜਾ ਕੇ ਲੈ ਗਿਆ ਸੀ, ਇਸ ਕਰਕੇ ਉਹ ਬੰਦਾ ਹੀ ਇੱਦਾਂ ਦਾ ਹੈ। ਉਸ ਤੋਂ ਬਾਅਦ ਫਿਰ ਕੁਛ ਕੁ ਦਿਨਾਂ ਬਾਅਦ ਐਲਿਜ਼ਾਬੈਥ ਨੂੰ ਇੱਕ ਲੈਟਰ ਮਿਲਦਾ ਜਿਸ ਦੇ ਵਿੱਚ ਲਿਖਿਆ ਹੁੰਦਾ ਹੈ ਗਾਰਡੀਨਰ ਵੱਲੋਂ ਕਿ ਬਿਖਮ ਨੇ ਲੀਡੀਆ ਨਾਲ ਮੈਰਿਜ ਕਰ ਲਈ ਹੈ। ਤਾਂ ਬਾਅਦ ਦੇ ਵਿੱਚ ਉਹਨਾਂ ਨੂੰ ਜਦੋਂ ਲੀਡੀਆ ਮਿਲਦੀ ਹੈ ਤਾਂ ਉਹ ਦੱਸ ਦਿੰਦੀ ਹੈ ਕਿ ਜਿਹੜੀ ਪ੍ਰੋਪਰਟੀ ਅਮਾਊਂਟ ਸੀਗੀ ਉਹ ਡਰਸੀ ਨੇ ਪੇ ਕਰ ਦਿੱਤੀ ਸੀ, ਇਸ ਕਰਕੇ ਮੇਰੀ ਮੈਰਿਜ ਹੈ ਜਿਹੜੀ ਉਹ ਬਿਖਮ ਨਾਲ ਹੋ ਗਈ ਹੈ। ਇਸ ਤੋਂ ਬਾਅਦ
ਇਹਨਾਂ ਦੇ ਸਾਰੇ ਜਿਹੜੇ ਪ੍ਰੈਜੂਡਾਈਸ ਨੇ, ਕਨਫਿਊਜ਼ਨਸ ਨੇਗੀਆਂ, ਉਹ ਸਾਰੀਆਂ ਕਲੀਅਰ ਹੋ ਜਾਂਦੀਆਂ ਨੇ ਐਲਿਜ਼ਾਬੈਥ ਦੀਆਂ। ਤਾਂ ਇੱਥੇ ਫਿਰ ਬਿੰਗਲੇ ਦੀ ਮੈਰਿਜ ਜਿਹੜੀ ਹੈ ਜੈਨ ਨਾਲ ਹੋ ਜਾਂਦੀ ਹੈ, ਐਲਿਜ਼ਾਬੈਥ ਦੀ ਮੈਰਿਜ ਜਿਹੜੀ ਹੈਗੀ ਹੈ ਉਹ ਡਰਸੀ ਦੇ ਨਾਲ ਹੋ ਜਾਂਦੀ ਹੈ। ਐਟ ਦੀ ਐਂਡ ਜਿਹੜੀ ਬੇਖਿਮ ਦੀ ਮੈਰਿਜ ਆ ਉਹ ਲੀਡੀਆ ਦੇ ਨਾਲ ਹੋ ਹੀ ਜਾਂਦੀ ਆ। ਤਾਂ ਇੱਦਾਂ ਖੁਸ਼ੀ ਖੁਸ਼ੀ ਸਾਰਿਆਂ ਦੀ ਮੈਰਿਜ ਹੋ ਜਾਂਦੀ ਹੈ। ਤਾਂ ਇੱਥੇ ਸਾਡਾ ਜਿਹੜਾ ਹੈਗਾ ਇਹ ਨਾਵਲ ਉਹ ਖਤਮ ਹੋ ਜਾਂਦਾ ਹੈ। ਤਾਂ ਅੱਜ ਦਾ ਸਾਡੀ ਇਹੀ ਨਾਵਲ ਸੀਗਾ ਪ੍ਰਾਈਡ ਐਂਡ ਪ੍ਰੈਜੂਡਾਈਸ। ਆਈ ਹੋਪ ਕਿ ਤੁਹਾਨੂੰ ਹੁਣ ਤੱਕ ਦੀ ਸਾਰੀ ਸਟੋਰੀ ਜਿਹੜੀ ਹੈਗੀ ਆ ਉਹ ਕਲੀਅਰ ਹੋ ਗਈ ਹੋਣੀ ਹੈ। ਥੈਂਕ ਯੂ ਜੀ।